कि गुरु नानक देव जी एक ऐसी शख्सियत ने, एक ऐसे पैगंबर ने, ऐसे फिलोसफर ने कि ਕਿਸੇ ਨਾਲ ਕਿਸੇ ਦਾ ਕੋਈ ਮੁਕਾਬਲਾ ਕਰਨਾ ਕਦੀ ਵੀ ਵਾਜਬ ਨਹੀਂ ਹੁੰਦਾ, ਪਰੰਤੂ ਇਹ ਇੱਕ ਵਿਲੱਖਣ ਸ਼ਖਸੀਅਤ ਨੇ। ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀਆਂ ਸਿੱਖਿਆਵਾਂ ਇਕੱਠੀਆਂ ਕੀਤੀਆਂ, ਜਿਹੜੀਆਂ ਕਿ ਬਾਅਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤੀਆਂ। ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕਿਹਾ, ਚੱਲ ਪਈ ਮਰਦਾਨਿਆਂ ਮੀਟ ਅੱਖਾਂ, ਤੇ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਦੇਸ਼ ਤੋਂ ਦੂਜੇ ਦੇਸ਼ ਹੀ ਚਲੇ ਗਏ। ਇਹ ਮੈਂ ਮਹਿਸੂਸ ਕਰਦਾ ਬਈ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਨਹੀਂ ਕੀਤੀ ਜਾ ਰਹੀ, ਇਹ ਸਗੋਂ ਉਹਨਾਂ ਨੂੰ ਇੱਕ ਕਰਾਮਾਤੀ ਮਨੁੱਖ ਦੇ ਤੌਰ ਤੇ, ਕਰਾਮਾਤੀ ਸ਼ਖਸੀਅਤ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਆ, ਜੋ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ ਵੀ ਗਲਤ ਆ। ਤੁਸੀਂ ਜਾਓ, ਇੱਕ ਕਮਰਾ ਤਿਆਰ ਕਰੋ, ਕੋਠਾ ਤਿਆਰ ਕਰੋ, ਮੈਂ ਉੱਥੇ ਭਗਤੀ ਕਰਿਆ ਕਰਨੀ ਆ। ਉਹਨਾਂ ਨੇ ਤਿਆਰ ਕਰਤਾ ਜੀ ਪੁੱਤਰਾਂ ਨੇ, ਤੁਸੀਂ ਕਹਿੰਦੇ ਇਹਨੂੰ ਢਾਹ ਦਿਓ। ਉਹ ਜਦੋਂ 2-3 ਵਾਰੀ ਬਣਿਆ ਨੂੰ ਢਵਾਇਆ ਉਹਨਾਂ ਨੇ, ਤਾਂ ਉਹ ਕਹਿੰਦੇ ਵੀ ਸਾਡਾ ਬਾਪ ਜਿਹੜਾ ਹੈਗਾ, ਇਹਦੇ ਕੋਈ ਦਿਮਾਗ 'ਚ ਨੁਕਸ ਪੈ ਗਿਆ ਲੱਗਦਾ। ਗੁਰੂ ਨਾਨਕ ਦੀ ਵੀ ਪੋਲਿਟਿਕਸ ਆ। ਉਹਨਾਂ ਨੇ ਜਦੋਂ ਰਾਜਿਆਂ ਨੂੰ ਵੰਗਾਰਿਆ ਆ, ਤਾਂ ਉਹਦੇ ਵਿੱਚ ਰਾਜਨੀਤੀ ਕੀ ਆ? ਹੁਣ ਆਪਾਂ ਸ਼ਬਦ ਵਰਤ ਸਕਦੇ ਆ, ਰਾਜਨੀਤੀ ਕੀ ਆ? ਕਿ ਰਾਜਿਆਂ ਦਾ ਲਹੂ ਪੀਣਿਆਂ ਦਾ ਰਾਜ ਨਹੀਂ ਹੋਣਾ ਚਾਹੀਦਾ। ਰਾਜ ਕਿਹਦਾ ਹੋਣਾ ਚਾਹੀਦਾ ਆ? ਕਿਰਤੀਆਂ ਦਾ ਰਾਜ ਹੋਣਾ ਚਾਹੀਦਾ ਆ। ਤੇ ਇਹ ਜਿਵੇਂ ਤੁਸੀਂ ਕਿਹਾ ਕਿ ਇੱਕ ਬਹੁਤ ਰੈਵੋਲੂਸ਼ਨਰੀ ਵਿਚਾਰ ਹੈ। ਤੇ ਰੈਵੋਲੂਸ਼ਨ ਹੋਰ ਕੀ ਆ? ਇੱਕ ਆਮ ਵਿਅਕਤੀ ਦਾ ਜੀਵਨ ਆ, ਉਹਦੇ ਵਿੱਚ ਕਸ਼ਟ ਦੇਣ ਦੀ ਲੋੜ ਨਹੀਂ ਹੈ। ਤੁਸੀਂ ਕਿਰਤ ਕਰੋ, ਵੰਡ ਛਕੋ, ਨਾਮ ਜਪੋ, ਤੇ ਗ੍ਰਸਤੀ ਜੀਵਨ ਜਿਹੜਾ ਹੈ ਉਹ ਜੀਓ, ਜਿਹਨੂੰ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈਗਾ ਕਿ ਉਦਮ ਕਰਦਿਆਂ ਜੀਉ ਤੂੰ ਕਮਾਵਦਿਆਂ ਸੁਖ ਪੁੰਚ, ਹਸੰਦਿਆਂ ਖੇਡੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤ। ਇਹ ਅਸਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਜਿਹੜੀ ਆ, ਉਹਦਾ ਵਿਸਤਾਰ ਅਗਲੇ ਗੁਰੂ ਸਾਹਿਬਾਨ ਨੇ ਕੀਤਾ ਹੈਗਾ। ਪ੍ਰੋਫੈਸਰ ਪ੍ਰੀਤਮ ਸਿੰਘ ਇਸ ਵੇਲੇ ਦੁਨੀਆ 'ਚ ਨਹੀਂ ਹਨ। ਉਹਨਾਂ ਦੀ ਬੇਟੀ ਡਾਕਟਰ ਹਰਸ਼ਿੰਦਰ ਕੌਰ ਜਿਹੜੀ ਆ, ਉਹ ਮਨੁੱਖਤਾ ਦੇ ਭਲੇ ਲਈ, ਬਿਮਾਰੀਆਂ ਨਾਲ ਲੜਨ ਲਈ, ਜਿਹੜੀਆਂ ਸਮਾਜ ਦੀਆਂ ਕੁਰੀਤੀਆਂ ਉਹਨਾਂ ਲਈ ਲੜਨ ਲਈ ਯਤਨਸ਼ੀਲ ਆ। ਜਿਹੜੇ ਪ੍ਰੋਫੈਸਰ ਪ੍ਰੀਤਮ ਸਿੰਘ ਸੀਗੇ ਜੀ ਗਿੱਲ ਸਾਹਿਬ, ਉਹ ਜਿਹੜੇ ਪ੍ਰੋਫੈਸਰ ਸਾਹਿਬ ਸੀਗੇ ਨਾ, ਜਿਨ੍ਹਾਂ ਨੇ ਗੁਰਬਾਣੀ ਦੀ ਵਿਆਕਰਨ ਪਹਿਲਾਂ ਜੀ ਆ, ਉਹਨਾਂ ਨੂੰ ਬੜੀ ਮਾਨਤਾ ਆ। ਉਹਨਾਂ ਦੇ ਉਹ ਜਵਾਈ ਸਨ, son-in-law ਸਨ। ਤੇ ਉਹਨਾਂ ਨੇ ਇੱਕ ਥਾਂ ਲਿਖਿਆ ਹੈਗਾ ਕਿ ਸਾਡੇ ਜਿਹੜੇ ਸਾਖੀਕਾਰ ਨੇ ਨਾ, ਉਹਨਾਂ ਨੇ ਬੜੇ ਭਰਮ ਭੁਲੇਖੇ ਪੈਦਾ ਕਰ ਦਿੱਤੇ ਆ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਮੇਰੀ ਧਰਤੀ ਮੇਰੇ ਲੋਕ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੇਰੇ ਨਾਲ ਜੁੜ ਗਏ ਪ੍ਰੋਫੈਸਰ ਜਗੀਰ ਸਿੰਘ ਕਾਲੋਂ। ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਨਾਲ ਦੀ ਨਾਲ ਸੀ ਪ੍ਰੋਫੈਸਰ ਸਾਹਿਬ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਗਿੱਲ ਸਾਹਿਬ, ਤੁਹਾਨੂੰ ਤੇ ਟੀਵੀ ਪੰਜਾਬੀ ਦੁਨੀਆ ਦੇ ਸਭਨਾਂ ਦਰਸ਼ਕਾਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਅੱਜ ਸ਼ੁਰੂਆਤ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਸਾਹਿਬ ਦਾ ਜਨਮ ਦਿਹਾੜਾ ਗੁਰਪੁਰਬ ਜਿਹੜਾ ਕੱਲ੍ਹ ਨੂੰ ਸ਼ੁਰੂ ਹੋ ਗਿਆ ਮਨਾਉਣਾ ਸ਼ੁਰੂ। ਵੈਸੇ ਤਾਂ ਇਹ ਸਿੱਖ ਧਰਮ ਦਾ ਸਭ ਤੋਂ ਵੱਡੇ ਤਿਉਹਾਰ ਦੇ ਤੌਰ ਤੇ ਇਹਨੂੰ ਮਾਣਿਆ ਜਾਂਦਾ, ਜਾਣਿਆ ਜਾਂਦਾ ਹੈ। ਤੇ ਦੁਨੀਆ ਭਰ ਵਿੱਚ ਜਿੱਥੇ ਕਿਤੇ ਵੀ ਗੁਰੂ ਨਾਨਕ ਨਾਮ ਨਿਵਾ ਰਹਿੰਦੇ ਨੇ, ਚਾਹੇ ਉਹ ਪਗੜੀ ਧਾਰੀ ਨੇ, ਸਹਿਜ ਧਾਰੀ ਨੇ, ਜਾਂ ਕਿਉਂਕਿ ਉਹਨਾਂ ਦਾ ਫਲਸਫਾ ਉਹਨਾਂ ਨੂੰ ਜਗਤ ਗੁਰੂ ਦਾ ਅਹੁਦਾ ਦਿੱਤਾ ਜਾਂਦਾ ਹੈ। ਤੇ ਜਗਤ ਗੁਰੂ ਹੋਣ ਕਰਕੇ ਦੁਨੀਆ ਦੇ ਹਰ ਕੋਨੇ ਵਿੱਚ ਉਹਨਾਂ ਦਾ ਨਾਂ ਲੋਕ ਜਾਣਦੇ ਨੇ।
ਤੇ ਉਹਨਾਂ ਦਾ ਅੱਜ ਜਿਹੜਾ ਗੁਰਪੁਰਬ ਹੈ ਉਹਦੀ ਅਸੀਂ ਮੁਬਾਰਕਬਾਦ ਅਗੇਤੀ ਦਿੰਦੇ ਹਾਂ ਆਪਣੇ ਸਾਰੇ ਦਰਸ਼ਕਾਂ ਨੂੰ, ਪਰ ਸਭ ਤੁਹਾਨੂੰ ਵੀ ਤੇ ਆਪਣੇ ਬਾਕੀ ਦੋਸਤਾਂ ਮਿੱਤਰਾਂ ਸਾਰਿਆਂ ਪਰਿਵਾਰਾਂ ਨੂੰ ਕਿ ਇਹ ਦਿਹਾੜਾ ਜਿਹੜਾ ਆ ਗੁਰੂ ਸਾਹਿਬ ਦਾ ਸਿੱਖਿਆਵਾਂ ਤੇ ਅਮਲ ਕਰਨ ਨਾਲ ਤੇ ਗੁਰੂ ਸਾਹਿਬ ਨੂੰ ਇਕੱਲੇ ਯਾਦ ਕਰਨ ਨਾਲ ਨਹੀਂ, ਬਹੁਤ ਕੁਝ ਹੋ ਰਿਹਾ ਤੇ ਗੱਲਾਂ ਬਾਤਾਂ ਤੁਹਾਡੇ ਕੋਲ ਜਾਣਦੇ ਅੱਗੇ ਚੱਲ ਕੇ। ਬਹੁਤ ਬਹੁਤ ਮੁਬਾਰਕ ਤੁਹਾਨੂੰ ਤੇ ਟੀਵੀ ਪੰਜਾਬੀ ਦੁਨੀਆ ਦੇ ਦਰਸ਼ਕਾਂ ਨੂੰ। ਜਿਵੇਂ ਤੁਸੀਂ ਕਿਹਾ ਹੈਗਾ ਕਿ ਗੁਰੂ ਨਾਨਕ ਦੇਵ ਜੀ ਇੱਕ ਐਸੀ ਸ਼ਖਸੀਅਤ ਨੇ, ਇੱਕ ਐਸੇ ਪੈਗੰਬਰ ਨੇ, ਐਸੇ ਫਿਲਾਸਫਰ ਨੇ ਕਿ ਕਿਸੇ ਨਾਲ ਕਿਸੇ ਦਾ ਕੋਈ ਮੁਕਾਬਲਾ ਕਰਨਾ ਕਦੀ ਵੀ ਵਾਜਬ ਨਹੀਂ ਹੁੰਦਾ, ਪਰੰਤੂ ਇਹ ਇੱਕ ਵਿਲੱਖਣ ਸ਼ਖਸੀਅਤ ਨੇ। ਗੁਰੂ ਨਾਨਕ ਦੇਵ ਜੀ ਇੱਕ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ ਔਰ ਉਹ ਨਾ ਕੇਵਲ ਇੱਕ ਧਰਮ ਦੇ ਮੋਢੀ ਬਣੇ, ਸਿੱਖ ਧਰਮ ਦੀ ਨੀਂਹ ਰੱਖੀ ਉਹਨਾਂ ਨੇ, ਬਲਕਿ ਉਹ ਇੱਕ ਬੜੇ ਵੱਡੇ ਫਿਲਾਸਫਰ, ਬੜੇ ਵੱਡੇ ਟਰੈਵਲਰ, ਬੜੇ ਵੱਡੇ ਪ੍ਰਚਾਰਕ, ਬੜੇ ਵੱਡੇ ਉਚਾਰਕ ਦਾ ਮਤਲਬ ਜਿਨ੍ਹਾਂ ਨੇ ਗੁਰਬਾਣੀ ਉਚਾਰੀ ਆ। ਔਰ ਨਾ ਕੇਵਲ ਉਹਨਾਂ ਨੇ ਗੁਰਬਾਣੀ ਉਚਾਰੀ ਆ, ਉਹਨਾਂ ਨੇ ਜਿਹੜੇ ਉਸ ਵੇਲੇ ਦੇ ਉਹਨਾਂ ਦੇ ਕੰਟੈਂਪਰੇਰੀ ਮਹਾਨ ਮਹਾਂਪੁਰਖ ਸਨ, ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀਆਂ ਸਿੱਖਿਆਵਾਂ ਇਕੱਠੀਆਂ ਕੀਤੀਆਂ, ਜਿਹੜੀਆਂ ਕਿ ਬਾਅਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸੰਪਾਦਨਾ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤੀਆਂ। ਤੇ ਗੁਰੂ ਨਾਨਕ ਦੇਵ ਜੀ ਬਾਰੇ ਜਿਹੜੀਆਂ ਵਾਰਾਂ ਲਿਖੀਆਂ ਨੇ ਭਾਈ ਗੁਰਦਾਸ ਜੀ ਨੇ, ਉਹਨਾਂ ਦੀਆਂ 39 ਵਾਰਾਂ ਨੇ ਭਾਈ ਗੁਰਦਾਸ ਜੀ ਦੀਆਂ, ਔਰ ਉਹਨਾਂ ਦੀ ਪਹਿਲੀ ਵਾਰ ਜਿਹੜੀ ਆ ਉਹ ਗੁਰੂ ਨਾਨਕ ਦੇਵ ਜੀ ਬਾਰੇ ਆ ਜੀ। ਇਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਕਿ ਗੁਰੂ ਨਾਨਕ ਦੇਵ ਜੀ ਦੇ ਵੇਲੇ ਬਹੁਤ ਹਨੇਰ ਪਸਰਿਆ ਹੋਇਆ ਸੀਗਾ, ਜ਼ੁਲਮ ਦਾ ਬੋਲ ਬਾਲਾ ਸੀਗਾ। ਹਨੇਰ ਦਾ ਮਤਲਬ ਕਿ ਲੋਕ ਅਗਿਆਨਤਾ ਵਿੱਚ ਗਰਸੇ ਹੋਏ ਸਨ। ਤੇ ਭਾਈ ਗੁਰਦਾਸ ਨੇ ਠੀਕ ਹੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਉਸ ਵੇਲੇ ਸੀਨ ਤੇ ਆਉਣ ਨਾਲ, ਦੁਨੀਆ 'ਚ ਆਉਣ ਨਾਲ ਧੁੰਦ ਜਿਹੜੀ ਆ, ਅਗਿਆਨਤਾ ਜਿਹੜੀ ਆ ਉਹ ਮਿਟ ਗਈ ਤੇ ਜੱਗ ਦੇ ਵਿੱਚ ਗਿਆਨ ਦਾ ਪਸਾਰ ਜਿਹੜਾ ਹੈ ਉਹ ਸ਼ੁਰੂ ਹੋਇਆ। ਤੇ ਗੁਰੂ ਨਾਨਕ ਦੇਵ ਜੀ, ਜਿਵੇਂ ਮੈਂ ਪਹਿਲਾਂ ਕਿਹਾ, ਇੱਕ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ। ਤੇ ਉਹਨਾਂ ਜਿਹਾ ਕੋਈ ਟਰੈਵਲਰ, ਉਹਨਾਂ ਦੀ ਜਿਹੜੀ ਉਦਾਸੀਆਂ ਨੇ, ਜਿਹੜੇ ਟਰੈਵਲੌਗ ਨੇ ਉਹਨਾਂ ਦੇ, ਅੰਗਰੇਜ਼ੀ 'ਚ ਅਸੀਂ ਕਹਾਂਗੇ ਸਫ਼ਰ ਜਿਹੜੇ ਉਹਨਾਂ ਨੇ ਕੀਤੇ ਆ, ਉਹਨਾਂ ਦੀ ਗਿਣਤੀ ਗਿੱਲ ਸਾਹਿਬ ਲੱਖਾਂ ਮੀਲਾਂ ਦੇ ਵਿੱਚ ਬਣਦੀ ਆ। ਔਰ ਸਾਡੇ ਕੁਝ ਲੋਕ ਜਿਹੜੇ ਨੇ ਉਹ ਇਸ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕਰਦੇ ਨੇ ਕਿ ਜਿਵੇਂ ਉਹ ਕੋਈ ਕਰਾਮਾਤੀ ਵਿਅਕਤੀ ਹੋਣ। ਜਿਵੇਂ ਜਨਮ ਸਾਖੀਆਂ ਦੇ ਵਿੱਚ ਵੀ ਲਿਖਿਆ ਹੈਗਾ, ਉਂਝ ਵੀ ਕਿਹਾ ਜਾਂਦਾ ਬਈ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਕਿਹਾ, ਚੱਲ ਪਈ ਮਰਦਾਨਿਆਂ ਮੀਟ ਅੱਖਾਂ। ਤੇ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਦੇਸ਼ ਤੋਂ ਦੂਜੇ ਦੇਸ਼ ਚਲੇ ਗਏ। ਇਹ ਮੈਂ ਮਹਿਸੂਸ ਕਰਦਾ ਬਈ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਨਹੀਂ ਕੀਤੀ ਜਾ ਰਹੀ, ਇਹ ਸਗੋਂ ਉਹਨਾਂ ਨੂੰ ਇੱਕ ਕਰਾਮਾਤੀ ਮਨੁੱਖ ਦੇ ਤੌਰ ਤੇ, ਕਰਾਮਾਤੀ ਸ਼ਖਸੀਅਤ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਆ, ਜੋ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ ਵੀ ਗਲਤ ਆ। ਉਹਨਾਂ ਨੇ ਜਿਹੜਾ ਉਦਾਸੀਆਂ ਦਾ ਪੈਂਡਾ ਤੈਅ ਕੀਤਾ ਆ, ਜੇ ਇਹ ਕਹੀਏ ਕਿ ਉਹ ਪੈਦਲ ਜਾਂਦੇ ਰਹੇ ਔਰ ਜਿਹੜੇ ਉਸ ਵੇਲੇ ਦੇ ਰਾਹ ਖੜੇ ਜੰਗਲਾਂ ਦੇ ਵਿੱਚੋਂ ਦੀ ਜਾਣਾ, ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ, ਇਹ ਗੁਰੂ ਜੀ ਨੇ ਕੀਤਾ। ਬੜੇ ਵੱਡੇ ਟਰੈਵਲਰ, ਮੇਰਾ ਖਿਆਲ ਕੋਈ ਟਰੈਵਲਰ ਜਿਹੜਾ ਹੈਗਾ ਸ਼ਾਇਦ ਹੀ ਉਹਨਾਂ ਦਾ ਮੁਕਾਬਲਾ ਕਰ ਸਕਦਾ ਹੋਵੇ ਕਿ ਉਹਨਾਂ ਨੇ ਇੱਕ ਲੰਮਾ ਸਮਾਂ ਜਿਹੜਾ ਹੈਗਾ, ਕੋਈ 2 ਦਹਾਕੇ ਤੋਂ ਵੀ ਉੱਪਰ ਦਾ ਸਮਾਂ ਜਿਹੜਾ ਹੈਗਾ, ਉਹ ਇਹਨਾਂ ਉਦਾਸੀਆਂ ਦੇ ਵਿੱਚ ਗੁਜ਼ਾਰਿਆ। ਔਰ ਇਹ ਉਦਾਸੀਆਂ
ਇਹ ਟਰੈਵਲੌਗ ਉਹਨਾਂ ਦੇ ਜਿਹੜੇ ਆ ਇਹ ਕੋਈ ਮਨੋਰੰਜਨ ਲਈ ਨਹੀਂ ਸਨ। ਇਹ ਉਹਨਾਂ ਦੀ ਇੱਕ ਮਹਾਨਤਾ ਦਾ ਸੂਚਕ ਨੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਸ ਧਰਤੀ ਦੇ ਹਰ ਕੋਨੇ ਵਿੱਚ ਜਾ ਕੇ ਉਹ ਆਪਣੇ ਵਿਚਾਰਾਂ ਦਾ ਪ੍ਰਚਾਰ ਕਰ ਸਕਣ, ਔਰ ਉਹਨਾਂ ਨੇ ਕੀਤਾ ਵੀ। ਅੱਜ ਵੀ ਉਹਨਾਂ ਦੇ ਜਿਹੜੇ ਸਬੂਤ ਨੇ, ਜਿਹੜੇ ਉਹਨਾਂ ਨੇ ਉਦਾਸੀਆਂ ਕੀਤੀਆਂ, ਜਿਹੜੇ ਸਫ਼ਰ ਕੀਤੇ ਉਹਨਾਂ ਨੇ, ਉਹ ਦੁਨੀਆ ਭਰ ਦੇ ਵਿੱਚ ਮਿਲਦੀਆਂ ਨੇ। ਤੇ ਉਹ ਜਿੱਥੇ ਵੀ ਜਾਂਦੇ ਰਹੇ ਆ, ਇੰਨੀਆਂ ਭਾਸ਼ਾਵਾਂ ਬੋਲਣ ਵਾਲੇ ਲੋਕ, ਇੰਨੇ ਸੱਭਿਆਚਾਰਾਂ ਵਾਲੇ ਲੋਕ ਜਿਨ੍ਹਾਂ ਤੱਕ ਉਹਨਾਂ ਨੇ ਪਹੁੰਚ ਕੀਤੀ। ਔਰ ਉਹ ਇੱਕ ਫਿਲਾਸਫਰ ਹੀ ਨਹੀਂ ਸਨ, ਉਹ ਇੱਕ ਬਹੁਤ ਵੱਡੇ ਡਾਇਲਾਗ ਕਰਨ ਵਾਲੇ, ਸੰਵਾਦ ਰਚਾਉਣ ਵਾਲੇ ਮਹਾਂਪੁਰਖ ਸਨ, ਜਿਹੜੇ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਵੱਖਰੇ ਸੱਭਿਆਚਾਰਾਂ ਦੇ ਵਿੱਚ ਵੱਖਰੀ ਬੋਲੀ ਬੋਲਣ ਵਾਲੇ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਸਨ, ਔਰ ਪਹਿਲਾਂ ਅਗਲੇ ਦੀ ਸੁਣਦੇ ਸਨ। ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਵੀ ਕਿਹਾ ਵਾ ਵੀ ਕੁਝ ਸੁਣੋ ਅਲੱਗ ਦੁਨੀਆ ਰਹੀਏ ਨਾਨਕ ਜੀ, ਕਿਛ ਸੁਣੀਏ ਕਿਛ ਕਹੀਏ ਨਾਨਕ ਜੀ। ਕਿ ਉਹਨਾਂ ਨੇ ਇਹ ਫਲਸਫਾ ਦਿੱਤਾ ਹੈਗਾ ਬਹਿਸ ਕਰਨ ਦਾ, ਵਿਚਾਰ ਕਰਨ ਦਾ, ਕਿ ਪਹਿਲਾਂ ਅਗਲੇ ਦੀ ਗੱਲ ਸੁਣਨੀ ਚਾਹੀਦੀ ਆ ਤੇ ਫਿਰ ਆਪਣੀ ਕਹਿਣੀ ਚਾਹੀਦੀ ਆ। ਜਦੋਂ ਕਿ ਅਸੀਂ ਆਮ ਲੋਕ ਸੁਣਨ ਦੀ ਬਜਾਏ ਕਹਿਣ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਹਾਂ। ਔਰ ਉਹਨਾਂ ਨੇ ਫਿਲਾਸਫੀ ਦੇ ਤੌਰ ਦੇ ਉੱਤੇ ਕਿਹਾ ਬਈ ਇਹ ਜਿਹੜਾ ਪਰਮਾਤਮਾ ਆ ਉਹ ਇੱਕੋ ਹੀ ਆ। ਉਹਦੇ ਮੰਨਣ ਵਾਲੇ ਜਿਹੜੇ ਨੇ ਉਹ ਵੱਖਰੇ ਵੱਖਰੇ ਨਾਂ ਉਹਦੇ ਬੇਸ਼ੱਕ ਧਰ ਲੈਂਦੇ ਨੇ, ਪਰ ਉਹ ਇੱਕ ਹੈ, ਔਰ ਉਹ ਸਾਰੀ ਦੁਨੀਆ ਦੇ ਵਿੱਚ ਉਹਦਾ ਪਸਾਰਾ ਹੈ। ਉਹਨੇ ਇਹ ਸ੍ਰਿਸ਼ਟੀ, ਇਹ ਦੁਨੀਆ, ਇਹ ਸੰਸਾਰ ਪੈਦਾ ਕੀਤਾ, ਜਿਹਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੀ ਫਿਲਾਸਫੀ ਹੈ ਕਿ ਇਹ ਦੁਨੀਆ ਕਿਵੇਂ ਬਣੀ, ਉਹ ਕਹਿੰਦੇ ਆ ਕਿ ਕੀਤਾ ਪਸਾਓ ਏਕਾ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਤੇ ਉਹਨਾਂ ਨੇ ਜਿਹੜੀ ਇੱਕ ਕਹਿ ਕੇ ਪਰਮਾਤਮਾ ਨੇ ਸ੍ਰਿਸ਼ਟੀ ਸਿਰਜ ਦਿੱਤੀ ਆ, ਗੁਰੂ ਨਾਨਕ ਦੇਵ ਜੀ ਦੇ ਵਿਚਾਰ ਨੇ ਕਿ ਉਹਦੇ ਤੋਂ ਹੀ ਇਹ ਸਾਰਾ ਪਸਾਰਾ ਹੋਇਆ, ਉਹਦੇ ਤੋਂ ਹੀ ਲੱਖਾਂ ਸੋਮੇ ਜਿਹੜੇ ਹੈਗੇ ਆ ਗਿਆਨ ਦੇ, ਜ਼ਿੰਦਗੀ ਦੇ, ਉਹ ਪ੍ਰਗਟ ਹੋਏ ਨੇ। ਔਰ ਉਹਨਾਂ ਨੂੰ ਕੇਵਲ ਤੇ ਕੇਵਲ ਉਹਨਾਂ ਦੀ ਰਚਨਾ ਦਾ ਰਟਨ ਕਰਨਾ ਜਾਂ ਪਾਠ ਕਰਨਾ ਰਟਨ ਕਰਨਾ ਇਹ ਇਸ ਕਰਕੇ ਆ ਕਿ ਉਹਨਾਂ ਦੀ ਰਚਨਾ ਨੂੰ ਸਮਝਿਆ ਜਾਵੇ। ਫਿਰ ਉਹਨਾਂ ਦੇ ਵਿੱਚ ਦੇਖੋ ਲੌਜਿਕ ਕਿੰਨਾ ਸੀਗਾ, ਕਨਵਿੰਸਿੰਗ ਪਾਵਰ ਕਿੰਨੀ ਸੀਗੀ ਕਿ ਉਹ ਜ਼ਿੰਦਗੀ ਦੀਆਂ ਉਦਾਹਰਨਾਂ ਦੇ ਕੇ ਫਿਰ ਕਨਵਿੰਸ ਕਰਦੇ ਸੀਗੇ ਤੇ ਆਪਣੇ ਵਿਚਾਰ ਜਿਹੜੇ ਆ ਉਹਨਾਂ ਨੂੰ ਸਹਿਜ ਨਾਲ ਅਗਲੇ ਤੱਕ ਪਹੁੰਚਾਉਂਦੇ ਸੀਗੇ ਤੇ ਉਹਨੂੰ ਆਪਣੇ ਨਾਲ ਸਹਿਮਤ ਕਰਦੇ ਸੀਗੇ। ਕੋਈ ਜੋਰਾ ਜਬਰੀ ਵਾਲੀ ਗੱਲ ਨਹੀਂ ਕਰਦੇ ਸੀਗੇ, ਜਿਹਦੀ ਉਦਾਹਰਨ ਜਦੋਂ ਨਾਥ ਜੋਗੀਆਂ ਨਾਲ ਉਹਨਾਂ ਦੀ ਗੋਸ਼ਟੀ ਹੋਈ ਆ, ਉਹਨਾਂ ਦਾ ਵਿਚਾਰ ਹੋਇਆ, ਉਹਨਾਂ ਦਾ ਸੰਵਾਦ ਹੋਇਆ, ਤਾਂ ਭਾਈ ਗੁਰਦਾਸ ਕਹਿੰਦੇ ਆ ਕਿ ਜਿਹੜੇ ਨਾਥ ਜੋਗੀ ਆ ਉਹ ਆਪਣੇ ਗਿਆਨ ਦੇ ਹੰਕਾਰ ਨਾਲ ਇੰਨੇ ਗਰਸੇ ਹੋਏ ਸਨ ਕਿ ਉਹ ਆਪਣੀਆਂ ਜਦੋਂ ਉਹ ਵਰਣਨ ਕਰਦੇ ਨੇ ਭਾਈ ਗੁਰਦਾਸ, ਤਾਂ ਕਹਿੰਦੇ ਵੀ ਨਾਥ ਜੋਗੀ ਜਿਹੜਾ ਉਹ ਫੁੰਕਾਰੇ ਮਾਰ ਆਉਂਦੇ ਸਨ ਤੇ ਗੁਰੂ ਨਾਨਕ ਦੇਵ ਜੀ ਸਹਿਜ ਨਾਲ ਉਹਨਾਂ ਨਾਲ ਗੱਲ ਕਰਦੇ ਸਨ, ਉਹਨਾਂ ਨੂੰ ਸਮਝਾਉਂਦੇ ਸਨ, ਕਨਵਿੰਸ ਕਰਦੇ ਸਨ ਕਿ ਜੇ ਉਹਨਾਂ ਨੇ ਨਾਥ ਜੋਗੀਆਂ ਨੂੰ ਸਿਆਣੇ ਕਿਹਾ ਹੈਗਾ, ਕਰਨੀ ਵਾਲੇ ਕਿਹਾ ਹੈਗਾ ਕਿ ਜੇ ਤੁਹਾਡੇ ਵਰਗੇ ਸਿਆਣੇ ਵਿਅਕਤੀ ਸਮਾਜ ਤੋਂ ਬਾਹਰ ਆ ਜਾਣਗੇ, ਜੰਗਲਾਂ ਵਿੱਚ ਆ ਕੇ ਬਹਿ ਜਾਣਗੇ, ਪਹਾੜਾਂ ਤੇ ਚੜ੍ਹ ਕੇ ਬਹਿ ਜਾਣਗੇ, ਤਾਂ ਫਿਰ ਲੋਕਾਂ ਦਾ ਭਲਾ ਕੌਣ ਕਰੇਗਾ। ਸੋ ਗੁਰੂ ਨਾਨਕ ਦੇਵ ਜੀ ਨੇ ਇੱਕ ਨਵਾਂ ਜੀਵਨ ਫਲਸਫਾ ਜਿਹੜਾ ਹੈਗਾ
ਉਹ ਪੇਸ਼ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿੰਨਾ ਚਿਰ ਤੁਸੀਂ ਕਿਸੇ ਫਲਸਫੇ ਤੇ ਖੁਦ ਅਮਲ ਨਹੀਂ ਕਰਦੇ, ਉਹਨਾਂ ਚਿਰ ਤੁਹਾਡੀ ਜਿਹੜੀ ਫਿਲਾਸਫੀ ਹੈ ਉਹ ਕਿਸੇ ਕੰਮ ਦੀ ਨਹੀਂ ਹੈ, ਉਹ ਸਜਿੰਦ ਸਜੀਵ ਜੀਵੰਤ ਨਹੀਂ ਹੋ ਸਕਦੀ। ਔਰ ਇਸੇ ਕਰਕੇ ਉਹਨਾਂ ਨੇ ਜੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਆ ਤਾਂ ਉਹਨਾਂ ਨੇ ਆਪ ਵੀ ਆਪਣੀ ਉਮਰ ਦੇ ਆਖਰੀ ਜਿਹੜੇ ਲੰਮੇ ਸਮੇਂ ਦੇ ਵਿੱਚ ਕਰਤਾਰਪੁਰ ਵਿੱਚ ਖੇਤੀਬਾੜੀ ਕੀਤੀ ਔਰ ਇਹ ਸਾਬਤ ਕੀਤਾ ਕਿ ਮੈਂ ਇਕੱਲਾ ਕਿਰਤ ਕਰਨ ਦਾ ਪ੍ਰਚਾਰ ਨਹੀਂ ਕਰਦਾ, ਮੈਂ ਖੁਦ ਵੀ ਕਿਰਤ ਕਰਦਾ ਹਾਂ। ਔਰ ਨਾਲ ਦੀ ਨਾਲ ਮੈਂ ਮਹਿਸੂਸ ਕਰਦਾ ਹਾਂ ਕਿ ਉਹਨਾਂ ਨੇ ਇੱਕ ਡੈਮੋਕ੍ਰੈਟਿਕ ਸਿਸਟਮ ਜਿਹੜਾ ਹੈਗਾ ਉਹਦਾ ਆਗਾਜ਼ ਵੀ ਕੀਤਾ, ਜਿਹਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਜਿਹੜੀਆਂ ਪੰਜ ਪ੍ਰਵਾਨ ਪੰਜ ਪ੍ਰਧਾਨ ਵਾਲੀ ਰਚਨਾ ਹੈ, ਇਹਦੇ ਵਿੱਚ ਲੌਕਿਕ ਸੰਸਾਰ ਦੀ ਵੀ ਗੱਲ ਕੀਤੀ ਗਈ ਆ, ਭਾਵੇਂ ਕਿ ਆਮ ਤੌਰ ਤੇ ਅਸੀਂ ਉਹਨੂੰ ਅਲੌਕਿਕ ਸੰਸਾਰ ਨਾਲ ਹੀ ਜੋੜ ਕੇ ਦੇਖਦੇ ਹਾਂ। ਤੇ ਗੁਰੂ ਨਾਨਕ ਦੇਵ ਜੀ ਦਾ ਇਹ ਫਰਮਾਨ ਜਿਹੜਾ ਹੈ, ਇਹਦੇ ਵਿੱਚ ਜਿਹੜਾ ਪੰਚਾਇਤੀ ਸਿਸਟਮ ਹੈ ਕਿ ਜਿਹੜੇ ਚੁਣੇ ਹੋਏ ਹਨ ਵਿਅਕਤੀ ਪੰਚ, ਜਿਹੜੇ ਉਹ ਫੈਸਲਾ ਕਰਦੇ ਆ, ਉਹ ਸਹੀ ਫੈਸਲਾ ਹੁੰਦਾ ਆ, ਜਾਂ ਇਦਾਂ ਕਹ ਲਓ ਕਿ ਉਹਨਾਂ ਨੇ ਇੱਕ ਡੈਮੋਕ੍ਰੈਟਿਕ ਸਿਸਟਮ ਜਿਹੜਾ ਹੈ ਉਹ ਐਸਟੈਬਲਿਸ਼ ਕੀਤਾ। ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਵੱਡੀ ਗੱਲ ਜਿਹੜੀ ਆ ਉਹ ਇਹ ਕੀਤੀ ਭਈ ਅਸਲੀ ਜਿਹੜਾ ਧਰਮ ਦਾ ਚਾਲਕ ਆ, ਜਿਹੜਾ ਚਲਾਉਣ ਵਾਲਾ ਆ, ਆਗੂ ਆ, ਉਹਦਾ ਫਰਜ਼ ਇਹ ਬਣਦਾ ਕਿ ਉਹਦੇ ਮਨ ਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਲਾਲਚ ਨਹੀਂ ਹੋਣਾ ਚਾਹੀਦਾ, ਉਹ ਇਨਸਾਫ ਪਸੰਦ ਹੋਣਾ ਚਾਹੀਦਾ। ਤੇ ਜਿਹੜੀ ਚੋਣ ਉਹਨਾਂ ਨੇ ਆਪਣੇ ਵਾਰਸ ਦੀ ਕੀਤੀ ਕਿ ਮੇਰੇ ਤੋਂ ਬਾਅਦ ਇਹ ਪੰਥ ਕੌਣ ਚਲਾਏਗਾ, ਇਹਦਾ ਆਗੂ ਕੌਣ ਹੋਏਗਾ, ਉਹਦੇ ਲਈ ਗਿੱਲ ਸਾਹਿਬ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕੋਈ ਪਹਿਲ ਨਹੀਂ ਦਿੱਤੀ। ਇਹ ਪੜ੍ਹਿਆ ਹੋਏਗਾ ਤੁਸੀਂ ਵੀ ਕਿ ਉਹਨਾਂ ਨੇ ਆਪਣੇ ਪੁੱਤਰਾਂ ਦਾ ਜਿਹੜਾ ਇੱਕ ਟੈਸਟ ਹੈ ਉਹ ਇਸ ਤਰੀਕੇ ਨਾਲ ਲਿਆ ਸੀਗਾ ਕਿ ਉਹਨਾਂ ਨੇ ਕਿਹਾ ਬਈ ਤੁਸੀਂ ਜਾਓ, ਇੱਕ ਕਮਰਾ ਤਿਆਰ ਕਰੋ, ਕੋਠਾ ਤਿਆਰ ਕਰੋ, ਮੈਂ ਉੱਥੇ ਭਗਤੀ ਕਰਿਆ ਕਰਨੀ ਆ। ਉਹਨਾਂ ਨੇ ਤਿਆਰ ਕਰਤਾ ਜੀ ਪੁੱਤਰਾਂ ਨੇ। ਗੁਰੂ ਜੀ ਕਹਿੰਦੇ ਇਹਨੂੰ ਢਾਹ ਦਿਓ। ਉਹ ਜਦੋਂ 2-3 ਵਾਰੀ ਬਣਿਆ ਨੂੰ ਢਵਾਇਆ ਉਹਨਾਂ ਨੇ, ਤਾਂ ਉਹ ਕਹਿੰਦੇ ਵੀ ਸਾਡਾ ਬਾਪ ਜਿਹੜਾ ਹੈਗਾ ਇਹਦੇ ਕੋਈ ਦਿਮਾਗ 'ਚ ਨੁਕਸ ਪੈ ਗਿਆ ਲੱਗਦਾ, ਜਿਹੜਾ ਸਾਨੂੰ ਬਾਰ-ਬਾਰ ਬਣਾ ਦਿਓ ਢਾਹ ਦਿਓ ਕਰਦੇ ਹੈਗੇ ਆ। ਸੋ ਉਹ ਇੱਕ ਟੈਸਟ ਸੀਗਾ ਕਿ ਕੀ ਇਹਨਾਂ ਦੇ ਵਿੱਚ ਇੰਨਾ ਸਬਰ ਸੰਤੋਖ ਹੈ ਕਿ ਇਹ ਮੇਰੇ ਤੋਂ ਬਾਅਦ ਜਿਹੜਾ ਧਰਮ ਹੈ ਉਹਨੂੰ ਚੱਲਦਾ ਰੱਖ ਸਕਣਗੇ। ਸੋ ਇਸ ਤਰੀਕੇ ਨਾਲ ਉਹਨਾਂ ਨੇ ਇੱਕ ਚੰਗੇ ਆਗੂ ਵਜੋਂ ਸਥਾਪਿਤ ਉਹ ਗੱਲੀ ਬਾਤੀ ਨਹੀਂ ਹੋ ਗਏ। ਉਹਨਾਂ ਨੇ ਵਿਹਾਰਕ ਜ਼ਿੰਦਗੀ ਜਿਹੜੀ ਹੈਗੀ ਆ ਉਹਨੂੰ ਤਰਜੀਹ ਦਿੱਤੀ ਆ, ਔਰ ਸਾਨੂੰ ਵੀ ਦੁਨੀਆ ਭਰ ਦੇ ਲੋਕਾਂ ਨੂੰ ਇਹ ਸੰਦੇਸ਼, ਇਹ ਉਪਦੇਸ਼ ਦਿੱਤਾ ਆ ਕਿ ਜਿਹੜਾ ਅਮਲ ਤੋਂ ਬਿਨਾਂ ਗਿਆਨ ਹੈ, ਅਮਲ ਤੋਂ ਬਿਨਾਂ ਜਿਹੜਾ ਇਲਮ ਹੈ, ਉਹਦਾ ਕੋਈ ਮੁੱਲ ਨਹੀਂ ਹੈ। ਸੋ ਉਹਨਾਂ ਨੇ ਬਹੁਤ ਸਾਰੀਆਂ ਵਿਲੱਖਣ ਗੱਲਾਂ, ਨਵੀਆਂ ਗੱਲਾਂ ਜਿਹੜੀਆਂ ਉਹ ਧਰਮ ਦੇ ਵਿੱਚ ਆਪਣੇ ਵਿੱਚ ਕੀਤੀਆਂ, ਜਿਨ੍ਹਾਂ ਦੇ ਵਿੱਚ ਹੁਣੇ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਕਿਰਤ ਕਰਨ ਦਾ ਸਿਧਾਂਤ ਹੈ, ਡੈਮੋਕ੍ਰੇਸੀ ਦਾ ਸਿਧਾਂਤ ਹੈ। ਫਿਰ ਉਹਨਾਂ ਨੇ ਕਿਹਾ ਕਿ ਸੱਚ ਦੇ ਨਾਲ ਖੜੇ ਹੋਣ ਲਈ ਬਹੁਤ ਹਿੰਮਤ ਦੀ, ਦਲੇਰੀ ਦੀ ਲੋੜ ਹੈ। ਜੇ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਕਿ ਜੇ ਤੁਸੀਂ ਸੱਚ ਦੇ ਮਾਰਗ ਤੇ ਚੱਲਣਾ ਆ ਤਾਂ ਆਪਣਾ ਸਿਰ ਕਲਮ ਕਰਾਉਣ ਲਈ ਤਿਆਰ ਰਹੋ। ਇਸੇ ਤਰ੍ਹਾਂ ਉਹਨਾਂ ਨੇ ਸੱਚ ਦੇ ਮਾਰਗ ਦਾ ਕੇਵਲ ਪ੍ਰਚਾਰ ਨਹੀਂ ਕੀਤਾ। ਸੱਚ ਦੇ ਮਾਰਗ ਦਾ ਅਰਥ ਇਹ ਆ ਕਿ ਸੱਚਾ ਕੌਣ ਆ, ਸੱਚਾ ਵਿਅਕਤੀ ਕੌਣ ਆ,
ਸੱਚਾ ਆਗੂ ਕੌਣ ਆ, ਸੱਚਾ ਸ਼ਾਇਰ ਕੌਣ ਆ, ਜਿਹੜਾ ਆਪਣੇ ਸਮੇਂ ਦੇ ਸੱਚ ਨੂੰ ਕਬੂਲਦਾ। ਔਰ ਬਾਬਰ ਨੇ ਜਿਹੜੇ ਜ਼ੁਲਮ ਕੀਤੇ ਉਸ ਵੇਲੇ, ਉਹਨਾਂ ਨੇ ਬਾਬਰ ਦਾ ਵੀ ਵਿਰੋਧ ਕੀਤਾ, ਰੱਬ ਨੂੰ ਵੀ ਉਲਾਮਾ ਦਿੱਤਾ। ਬਾਬਰ ਦੇ ਜਿਹੜਾ ਚੱਕੀਆਂ ਵੀ ਪੀਸੀਆਂ, ਔਰ ਜਿਹੜੀ ਸਜ਼ਾ ਹੈਗੀ ਆ ਉਹ ਸਿਰੇ ਮੱਥੇ ਕਬੂਲ ਕੀਤੀ ਤੇ ਕਿਰਤ ਦਾ ਉਪਦੇਸ਼ ਦਿੱਤਾ। ਕਿਰਤੀਆਂ ਦੇ ਨਾਲ ਆਪ ਖੜੇ ਜਦੋਂ ਉਹ ਗਏ ਆ ਅਹਿਮਦਾਬਾਦ, ਤੇ ਮਲਕ ਭਾਗੋ ਜਿਹੜਾ ਕਿ ਉਸ ਵੇਲੇ ਹਾਕਮ ਸੀ, ਲੁਟੇਰਾ ਸੀ, ਉਹਨੇ ਆਪਣਾ ਭੋਜਨ ਛਕਣ ਲਈ ਗੁਰੂ ਨਾਨਕ ਦੇਵ ਜੀ ਨੂੰ ਸੱਦਾ ਦਿੱਤਾ। ਤੇ ਗੁਰੂ ਜੀ ਜਿਹੜੇ ਆ ਉਹ, ਕਿਉਂਕਿ ਭਾਈ ਲਾਲੋ ਦੇ ਘਰ ਠਹਿਰੇ ਹੋਏ ਸਨ, ਭਾਈ ਲਾਲੋ ਜਿਹੜੇ ਕਿਰਤੀ ਵਿਅਕਤੀ ਸਨ, ਉਹ ਜਦੋਂ ਉਹਨਾਂ ਨੇ ਸੱਦਾ ਦਿੱਤਾ, ਉਹਨਾਂ ਨੇ ਪ੍ਰਵਾਨ ਕੀਤਾ, ਤੇ ਉਹਨਾਂ ਨੇ ਇੱਕ ਹੱਥ ਦੇ ਵਿੱਚ ਭਾਈ ਲਾਲੋ ਦੀ ਸੁੱਕੀ ਰੋਟੀ ਜਿਹੜੀ ਆ ਉਹ ਹੱਥ 'ਚ ਲਈ, ਔਰ ਇੱਕ ਬੰਨੇ ਮਲਕ ਭਾਗੋ ਦੇ ਪਕਵਾਨ ਜਿਹੜੇ ਆ ਉਹ ਹੱਥ 'ਚ ਫੜੇ, ਔਰ ਉਹਨਾਂ ਵਿੱਚੋਂ ਮਲਕ ਭਾਗੋ ਦੇ ਜਿਹੜੇ ਪਕਵਾਨ ਸੀਗੇ ਉਹਨਾਂ ਵਿੱਚੋਂ ਖੂਨ ਸਿਮਿਆ ਵਗਿਆ, ਔਰ ਭਾਈ ਲਾਲੋ ਦੀ ਜਿਹੜੀ ਸੁੱਕੀ ਰੋਟੀ ਆ ਉਹਦੇ ਵਿੱਚੋਂ ਦੁੱਧ ਦੀ ਧਾਰ ਵਗੀ। ਕਹਿਣਾ ਉਹ ਇਹ ਚਾਹੁੰਦੇ ਸਨ, ਇਹ ਸਾਡੇ ਵਿਸ਼ਵਾਸ ਨੇ ਪ੍ਰੋਫੈਸਰ ਸਾਹਿਬ। ਜੇ ਇਹਨਾਂ ਨੂੰ ਆਪਾਂ ਇਸ ਸੈਂਸ ਸਮਝਾਈਏ ਜਾਂ ਕਹੀਏ ਤੇ ਜ਼ਿਆਦਾ ਬਿਹਤਰ ਰਹੇਗਾ ਕਿ ਉਹਨਾਂ ਨੇ ਇੰਨੇ ਸੋਹਣੇ ਢੰਗ ਨਾਲ ਇਹ ਦੱਸਿਆ ਕਿ ਕਿਰਤ ਦੀ ਜਿਹੜੀ ਰੋਟੀ ਆ ਸੁੱਕੀ ਮਿੱਸੀ ਉਹ ਦੁੱਧ ਵਰਗੀ ਆ, ਤੇ ਦੂਜੀ ਜਿਹੜੀ ਆ ਉਹ ਮੇਰੇ ਲਈ ਲਹੂ ਆ, ਮੈਂ ਨਹੀਂ ਛਕਣੀ ਚਾਹੁੰਦਾ ਇਹੋ ਜੀ। ਜਦੋਂ ਅਸੀਂ ਧਾਰਨਾ ਇਸ ਨੂੰ ਬਲ ਦੇ ਦਿੰਦੇ ਆ ਕਿ ਉਹ 'ਚ ਦੁੱਧ ਦੀ ਧਾਰਾ ਵਾਗੀਆਂ ਤੇ ਉਹ 'ਚ ਖੂਨ ਸਿਮ ਗਿਆ, ਤੇ ਉਹਦੇ ਅਰਥ ਕੁਝ ਹੋਰ ਹੋ ਜਾਂਦੇ ਆ। ਆਪਾਂ ਨੂੰ ਇਸ ਤਰ੍ਹਾਂ ਰਾਗੀਆਂ ਵਾਲੀ ਭਾਸ਼ਾ ਸ਼ਾਇਦ ਨਹੀਂ ਕਰਨਾ ਚਾਹੀਦਾ। ਤੁਸੀਂ ਵਿਦਵਾਨ ਹੋ ਤਾਂ ਕਰਕੇ ਮੈਂ ਕਹਿ ਰਿਹਾ। ਮੈਂ ਗਿੱਲ ਸਾਹਿਬ ਇਹ ਨਹੀਂ ਮੈਂ ਕਹਿ ਰਿਹਾ ਕਿ ਉਹਦੇ ਚੋਂ ਦੁੱਧ ਨਿਕਲਿਆ ਤੇ ਇੱਕ ਤੋਂ ਲਹੂ ਨਿਕਲਿਆ। ਮੈਂ ਇਹ ਕਹਿਣਾ ਵੀ ਇਹ ਵਿਸ਼ਵਾਸ ਕੀਤਾ ਜਾਂਦਾ ਹੈ। ਹਾਂ, ਨਾਲ ਦੀ ਨਾਲ ਸਪਸ਼ਟੀਕਰਨ ਦੇਣਾ ਚਾਹੀਦਾ, ਕਿਉਂਕਿ ਕਈ ਵਾਰ ਗਲਤ ਮੀਨਿੰਗ ਲੈ ਜਾਂਦੇ ਨੇ। ਨਹੀਂ, ਮੈਂ ਇਸੇ ਗੱਲ ਤੇ ਆ ਰਿਹਾ ਹਾਂ ਕਿ ਕਿਹਾ ਜਾਂਦਾ ਦਾ ਭਾਵ ਇਹ ਆ ਕਿ ਇਹ ਵਿਸ਼ਵਾਸ ਕੀਤਾ ਜਾਂਦਾ ਆ। ਅਸਲ ਦੇ ਵਿੱਚ ਉਹਨਾਂ ਦਾ ਭਾਵ ਇਹ ਸੀਗਾ ਕਿ ਜਿਹੜੇ ਅਮੀਰਾਂ ਦੇ, ਰਾਜਿਆਂ ਦੇ ਭੋਜਨ ਤਿਆਰ ਹੁੰਦੇ ਆ, ਜਾਂ ਰਾਜੇ ਜਿਹੜੇ ਆ ਇਹ ਲੋਕਾਂ ਦਾ ਲਹੂ ਪੀਂਦੇ ਆ। ਉਹ ਸਮਝਾਉਣਾ, ਇਹ ਉਹਨਾਂ ਨੇ ਸਮਝਾਇਆ ਇਸ ਤਰੀਕੇ ਨਾਲ। ਇਹ ਜਿਹੜੀ ਸਾਖੀ ਆ ਉਹਦੀ ਵੀ ਮੈਂ ਨਾ ਇਹੀ ਨਿਕਲਦਾ ਹੈਗਾ ਕਿ ਕਿਰਤੀ ਦੀ ਰੋਟੀ ਜਿਹੜੀ ਆ ਇਹ ਦੁੱਧ ਦੇ ਨਿਆਈ ਆ, ਔਰ ਜਿਹੜੀ ਲੁਟੇਰਿਆਂ ਦੀ ਰੋਟੀ ਆ ਇਹ ਲਹੂ ਦੇ ਨਿਆਈ ਆ। ਸੋ ਇਹ ਮੈਂ ਤੁਹਾਡੇ ਨਾਲ ਸਹਿਮਤ। ਮਾਇਆ ਬਾਰੇ ਵੀ ਨਾਲ ਦੀ ਨਾਲ ਵੀ ਦੱਸ ਦਿਓ। ਮਾਇਆ ਦੇ ਜ਼ਿਆਦਾ ਮਾਇਆ ਇਕੱਠੀ ਕਰਨ ਬਾਰੇ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਆ, ਪਾਪਾਂ ਬਾਝ ਨਾ ਹੋਵੇ ਇਕੱਠੀ ਮੋਇਆ ਸੰਗ ਜੀ, ਉਹ ਵੀ ਜਿਹੜਾ ਫਰਮਾਨ ਹੈ ਉਹ ਸਾਡੇ ਵਾਸਤੇ ਇੱਕ ਲਾਈ ਫਰਮਾਨ ਹੈ ਕਿ ਜੇ ਮਾਇਆ ਇਕੱਠੀ ਕਰਨ ਦਾ ਕੋਈ ਦੌਲਤਮੰਦ ਸਮਝਦਾ ਹੈ ਕਿ ਮੈਂ ਇਮਾਨਦਾਰੀ ਮਿਹਨਤ ਨਾਲ ਬਹੁਤ ਸਾਰੀ ਮਾਇਆ ਇਕੱਠੀ ਕਰ ਸਕਦਾ ਹਾਂ। ਗੁਰੂ ਹਰਗੋਬਿੰਦ ਸਾਹਿਬ ਬਾਰੇ ਵੀ ਬਾਤ ਚਾਹੁੰਦਾ ਹੈ ਕਿ ਉਹਨਾਂ ਨੂੰ ਪੁੱਛਿਆ ਗਿਆ ਸੀ ਜੰਮੂ ਕਸ਼ਮੀਰ 'ਚ ਕਿ ਮਾਇਆ ਬਾਰੇ ਤੁਹਾਡਾ ਕੀ ਸਿਧਾਂਤ ਹੈ, ਤੇ ਉਹਨਾਂ ਕਿਹਾ ਸੀ ਮਾਇਆ ਗੁਜਰਾਨ ਉਨੀ ਕੁ ਜਿਹਦੇ ਨਾਲ ਤੁਹਾਡਾ ਘਰ ਚੱਲ ਸਕੇ। ਜੇ ਤੁਸੀਂ ਇਹਨੂੰ ਦੌਲਤ ਨੂੰ ਇਕੱਠੀ ਕਰਨ ਲੱਗ ਜਾਂਦੇ ਹੋ ਤਾਂ ਫਿਰ ਇਹ ਪਾਪ ਹੈ, ਸਿਨ ਹੈ। ਜਿਹੜੀ ਦੁਨੀ ਚੰਦ ਵਾਲੀ ਸਾਖੀ ਆ ਨਾ ਜੀ ਗੁਰੂ ਨਾਨਕ ਦੇਵ ਜੀ ਦੀ, ਉਹ ਵੀ ਇਹੋ ਹੀ ਦਰਸਾਉਂਦੀ ਹੈਗੀ ਆ ਕਿ ਦੁਨੀ ਚੰਦ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਆਹ ਲਾਇਕ ਸੂਈ, ਤੇ ਇਹ ਜਦੋਂ ਅਗਲੇ ਜਹਾਨ ਮਿਲਾਂਗੇ ਤੇ ਸਾਨੂੰ ਦੇ ਦੇਵੀਂ। ਹਾਂਜੀ। ਉਹ ਕਹਿੰਦਾ ਜੀ ਮੈਂ ਸੂਈ ਕਿੱਦਾਂ ਖੜਾਂਗਾ, ਮਤਲਬ ਮੈਂ ਤਾਂ ਖਾਲੀ ਹੱਥ ਆਇਆ ਤੇ ਖਾਲੀ ਹੱਥ ਜਾਣਾ। ਤੇ ਉਹ ਕਹਿੰਦੇ ਆ ਵੀ ਫਿਰ ਮਾਇਆ ਕਾਹਦੇ ਲਈ ਜੋੜਦਾ, ਮਤਲਬ ਜੇ ਖਾਲੀ ਹੱਥ ਆਇਆ ਤਾਂ ਖਾਲੀ ਹੱਥ ਜਾਣਾ। ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈਗੀ ਆ, ਔਰ ਮੈਂ ਤੁਹਾਡੇ ਨਾਲ ਇਸ ਗੱਲੋਂ ਸਹਿਮਤ ਹਾਂ ਕਿ ਜੇ ਵਿਆਖਿਆ ਨਾਲ ਕਰੀਏ, ਜੇ ਸਪਸ਼ਟੀਕਰਨ ਨਾ ਦਈਏ ਤਾਂ ਕਈ ਭਰਮ ਪੈਦਾ ਹੋ ਸਕਦੇ ਨੇ। ਇਹ ਬਿਲਕੁਲ ਤੁਸੀਂ ਠੀਕ ਗੱਲ ਕੀਤੀ ਆ। ਔਰ ਅਸੀਂ ਆਮ ਤੌਰ ਦੇ ਉੱਤੇ ਜਿਹੜੀਆਂ ਸਾਖੀਆਂ ਨੇ ਉਹਨਾਂ ਦੇ ਅੰਤਰੀਵ ਭਾਵ ਨੂੰ ਨਹੀਂ ਸਮਝਦੇ। ਅਸੀਂ ਜਿਨ੍ਹਾਂ ਦੇ ਜਿਹੜੇ ਉਹਨਾਂ ਦੇ ਪਰੋਖ ਭਾਵ ਨੇ ਜਿਹੜੇ ਦਿਖਾਈ ਦਿੰਦੇ ਆ, ਉਹਨਾਂ ਨੂੰ ਦੇਖ ਕੇ ਹੀ ਤੇ ਇਹ ਨਤੀਜੇ ਕੱਢ ਲੈਂਦੇ। ਤਾਂ ਮਤਲਬ ਕਹਿਣ ਦਾ ਇਹ ਹੈ ਜੀ ਕਿ ਗੁਰੂ ਨਾਨਕ ਦੇਵ ਜੀ ਐਸੇ ਮਹਾਂਪੁਰਖ ਨੇ ਜਿਨ੍ਹਾਂ ਦਾ ਜਿਹੜਾ ਜਨਮ ਦਿਹਾੜਾ ਆ ਉਹ ਗਿੱਲ ਸਾਹਿਬ ਸਾਰੀ ਦੁਨੀਆ ਦੇ ਵਿੱਚ, ਸਾਰੇ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਮਨਾਇਆ ਜਾਂਦਾ ਆ। ਤੇ
ਇਹ ਇਸ ਕਰਕੇ ਹੀ ਆ ਕਿ ਉਹਨਾਂ ਨੇ ਇੱਕ ਜੀਵਨ ਜਾਚ ਜਿਹੜੀ ਆ ਉਹ ਮਨੁੱਖ ਨੂੰ ਦਿੱਤੀ ਹੈਗੀ ਆ ਕਿ ਮਨੁੱਖ ਕਿਰਤੀ ਹੋਵੇ, ਮਨੁੱਖ ਸੱਚਾ ਸੁੱਚਾ ਹੋਵੇ, ਮਨੁੱਖ ਇੰਨਾ ਦਲੇਰ ਹੋਵੇ ਕਿ ਉਹ ਰਾਜਿਆਂ ਦੇ ਜਿਹੜੇ ਕਾਰਨਾਮੇ ਆ ਉਹ ਰਾਜਿਆਂ ਨੂੰ ਛੀਂ ਆਖ ਸਕੇ, ਜਿਹੜੇ ਮੁਕੱਦਮ ਨੇ ਉਹਦੇ ਅਹਿਲਕਾਰ ਨੇ ਉਹਨਾਂ ਨੂੰ ਉਹ ਕੁੱਤੇ ਕਹਿ ਸਕੇ, ਔਰ ਆਪਣੇ ਸਮੇਂ ਦੇ ਜੋ ਜ਼ੁਲਮ ਹੁੰਦੇ ਆ ਉਹਨਾਂ ਦਾ ਮੁਕਾਬਲਾ ਕਰੇ। ਰਾਜੇ ਨੂੰ ਜੋ ਛੀਂ ਕਵੇ ਤੇ ਇਸ ਗੱਲ ਲਈ ਤਿਆਰ ਰਵੇ ਕਿ ਭਈ ਉਹਨੂੰ ਇਹਦਾ ਖਮਿਆਜਾ ਵੀ ਭੁਗਤਣਾ ਪੈ ਸਕਦਾ ਆ ਜੀ। ਸੋ ਇਹ ਬਹੁਤ ਵੱਡੀ ਫਿਲਾਸਫੀ ਆ ਗੁਰੂ ਨਾਨਕ ਦੇਵ ਜੀ ਦੀ, ਜਿਹਦੇ ਵਿੱਚ ਅੱਗੋਂ ਜਾ ਕੇ ਇਹ ਬਹੁਤ ਸਾਰੀ ਰਚਨਾ ਜਿਹੜੀ ਆ ਗਿਲ ਸਾਹਿਬ ਉਹ ਗੁਰੂ ਨਾਨਕ ਦੇਵ ਜੀ ਨੇ ਇਕੱਤਰ ਕੀਤੀ ਸੀਗੀ। ਜਦੋਂ ਉਹ ਗੋਸ਼ਟੀ ਕਰਦੇ ਸਨ, ਵੱਖਰੇ ਵੱਖਰੇ ਥਾਵਾਂ ਦੇ ਉੱਤੇ ਮਹਾਂਪੁਰਖਾਂ ਨੂੰ ਮਿਲਦੇ ਸਨ, ਤਾਂ ਉਹ ਉਹਨਾਂ ਦੀ ਬਾਣੀ, ਉਹਨਾਂ ਦੀ ਰਚਨਾ ਗੁਰੂ ਨਾਨਕ ਦੇਵ ਜੀ ਬਾਰੇ ਆਉਂਦਾ ਨਾ ਵੀ ਕਾਸਾ ਹੱਥ ਕਿਤਾਬ ਕਛ। ਉਹ ਹੱਥ ਦੇ ਵਿੱਚ ਉਹਨਾਂ ਦੇ ਕਾਸਾ ਹੁੰਦਾ ਸੀਗਾ ਤੇ ਕਛ ਦੇ ਵਿੱਚ ਉਹਨਾਂ ਦੇ ਇੱਕ ਬਗਲੀ ਦੇ ਵਿੱਚ ਕਿਤਾਬ ਹੁੰਦੀ ਸੀਗੀ। ਕਿਤਾਬ ਦਾ ਮਤਲਬ ਹੈ ਕਿ ਉਹ ਲਿਖਦੇ ਵੀ ਸੀ ਤੇ ਕਿਤਾਬ ਦੀ ਸਮੱਗਰੀ ਇਕੱਤਰ ਵੀ ਕਰਦੇ ਸਨ। ਡਾਕਟਰ ਸਾਹਿਬ ਨਾਲ ਪਾਸਾ ਇਹ ਵੀ ਸੀਗਾ ਅਗਲੀ ਸਤਰ ਸ਼ਾਇਦ ਤੁਰਿਆ ਸੋਧਨ ਜਗਤ ਲਖਾਈ ਤਰਤ ਲਖਾਈ, ਤੁਰਿਆ ਸੋਧਨ ਤਰਤ ਲਖਾਈ। ਕਾਸਾ ਫੜ ਕੇ ਕਿਤਾਬ ਫੜ ਕੇ ਤੇ ਗਿਆਨ ਵੰਡਣ ਨੂੰ ਤੁਰਿਆ, ਦੁਨੀਆ ਨੂੰ ਗਿਆਨ ਦਾ ਚਾਨਣ ਉਸ ਅੰਧੇਰ ਚ, ਜਿੱਥੇ ਤੁਸੀਂ ਸ਼ੁਰੂ ਚ ਕਿਹਾ ਭਾਈ ਗੁਰਦਾਸ ਨੇ ਕਿ ਧੁੰਦ ਪਸਰੀ ਹੋਈ ਸੀ ਅਗਿਆਨ ਦੀ ਤੇ ਉਹਦੇ ਚ ਚਾਨਣ ਦਾ ਰੂਪ ਬਣ ਕੇ ਗੁਰੂ ਸਾਹਿਬ ਆਏ। ਅੱਛਾ ਥੋੜੀ ਜਿਹੀ ਮੈਂ, ਚਲੋ ਤੁਸੀਂ ਕਰ ਲਓ ਗੱਲ ਪੂਰੀ, ਫਿਰ ਮੈਂ ਤੁਹਾਡੇ ਕੋਲ ਹੋਰ ਇੱਕ ਦੋ ਗੱਲਾਂ ਜਾਣ। ਤੁਸੀਂ ਪੁੱਛੋ। ਕੋਈ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਹਾਂ ਕਿ ਗੁਰੂ ਨਾਨਕ ਦੀ ਫਿਲਾਸਫੀ ਬਾਰੇ ਵੱਖ-ਵੱਖ ਜਿਹੜੇ ਸਕਾਲਰ ਨੇ ਉਹਨਾਂ ਦੇ ਵੱਖ-ਵੱਖ ਤਰ੍ਹਾਂ ਦੇ ਸਾਡੇ ਸਾਹਮਣੇ ਵਿਚਾਰ ਆਉਂਦੇ ਆ। ਕੁਝ ਇੱਕ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਉਹਨਾਂ ਦੀ ਜੀਵਨ ਹੈ ਉਹ ਸਭ ਤੋਂ ਪਹਿਲਾਂ ਸਾਖੀਆਂ ਦੇ ਰੂਪ 'ਚ ਸਾਹਮਣੇ ਆਉਂਦਾ, ਤੇ ਜਿਹੜੀ ਪਹਿਲੀ ਭਾਈ ਬਾਲੇ ਵਾਲੀ ਪੁਰਾਤਨ ਜਨਮ ਸਾਖੀ ਕਹਿੰਦੇ ਆ ਉਹਨੂੰ ਮਾਨਤਾ ਦਿੱਤੀ ਗਈ ਆ। ਉਹਦੇ ਵਿੱਚ ਕਈ ਜਿਹੜੇ ਹੋਣ ਵਾਲੇ ਵਿਦਵਾਨ ਨੇ, ਇਹ 'ਚ ਮੈਕਸ ਆਰਥਰ ਮਕਾਲਫ ਵਰਗਿਆਂ ਨੇ ਵੀ ਕਿਹਾ ਕਿ ਨਹੀਂ, ਇਹ ਉਹਨਾਂ ਦੇ ਜਾਣ ਤੋਂ ਬਾਅਦ ਦੀ ਰਚਨਾ ਹੈ। ਫਿਰ ਉਸ ਤੋਂ ਬਾਅਦ ਸਮਾਂ ਆਇਆ, ਭਾਈ ਗੁਰਦਾਸ ਹੋਰਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਗੁਰੂ ਸਾਹਿਬ ਬਾਰੇ ਥੋੜਾ ਜਿਹਾ ਚਾਨਣਾ ਪਾਓ ਕਿ ਉਹਨਾਂ ਦਾ ਜੀਵਨ ਕਿਹੋ ਜਿਹਾ ਸੀਗਾ। ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੇ ਆਪਣੀਆਂ ਵਾਰਾਂ ਵਿੱਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੀ ਲਿਖੀ, ਪਰ ਉਹ ਬਹੁਤ ਸੰਖੇਪ ਸੀਗਾ। ਫਿਰ ਦਸਮ ਪਾਤਸ਼ਾਹ ਦੇ ਵੇਲੇ ਭਾਈ ਮਨੀ ਸਿੰਘ ਨੂੰ ਵੀ ਕਿਹਾ ਗਿਆ ਸੰਗਤ ਵੱਲੋਂ ਕਿ ਬਹੁਤ ਭੁਲੇਖੇ ਨੇ ਤੇ ਥੋੜਾ ਜਿਹਾ ਤੁਸੀਂ ਇਹਨਾਂ ਭੁਲੇਖਿਆਂ ਨੂੰ ਦੂਰ ਕਰੋ, ਤੇ ਉਹਦੇ ਵਿੱਚ ਵੀ ਫਿਰ ਭਾਈ ਮਨੀ ਸਿੰਘ ਹੋਰਾਂ ਨੇ ਵੀ ਉਹਨਾਂ ਦੀ ਜਨਮ ਸਾਖੀ ਜਿਹੜੀ ਆ ਉਹਦਾ ਰਚਨਾ ਕੀਤੀ ਹੋਈ ਹੈ ਜੀ। ਹੋਰ ਵੀ ਕਈ ਜਨਮ ਸਾਖੀਆਂ ਸਾਨੂੰ ਜਿਹੜੀਆਂ ਮਿਲਦੀਆਂ ਨੇ ਜਿਨ੍ਹਾਂ ਨੇ ਬਹੁਤਾ ਗੁਰੂ ਨਾਨਕ ਦੀ ਫਿਲਾਸਫੀ ਦਾ ਪ੍ਰਚਾਰ ਕਰਨ ਦੀ ਥਾਂ ਤੇ ਗੁਰੂ ਨਾਨਕ ਨੂੰ ਇੱਕ 16 ਕਲਾ ਸੰਪੂਰਨ ਜਦੋਂ ਕਹਿ ਦਿੰਦੇ ਆ ਆਪਾਂ, ਇੱਥੇ ਦੇ ਵੀ 16 ਕਲਾ ਸੰਪੂਰਨ ਇੱਕ ਪਰਫੈਕਟ ਮਨੁੱਖ ਸਮਝਣਾ ਚਾਹੀਦਾ ਹੈ। ਜਦੋਂ 16 ਕਲਾ ਦਾ ਜ਼ਿਕਰ ਆ ਜਾਂਦਾ ਤੇ ਲੋਕ ਸਮਝਦੇ ਕਿ ਜਾਦੂਗਰੀ ਆ। ਉਹ ਜਿਹੜੀ ਤੁਸੀਂ ਕਹੀ ਹੈ ਨਾ ਮਰਦਾਨਿਆਂ ਮੀਟ ਅੱਖਾਂ ਤੇ ਚੱਲ ਸਾਹ ਮਰਦਾਨਿਆਂ ਮੀਟ ਅੱਖਾਂ, ਗੁਰੂ ਨਾਨਕ ਨੂੰ ਵੇਖਣਾ ਤੇ ਵੇਖੋ ਕਿ ਜੰਗਲ ਬਿਆਬਾਨ ਦਰਿਆ ਨਾਲੇ ਪਾਰ ਕਰਦੇ ਹੋਏ ਕਿੱਦਾਂ ਉਹ ਲੰਬੇ ਸਮੇਂ ਤੱਕ ਆਪਣੇ ਇੱਕ ਸਾਥੀ ਦੇ ਨਾਲ ਦੁਨੀਆ ਦਾ ਭਰਮਣ ਕਰਦੇ। 4 ਉਦਾਸੀਆਂ ਦੇ ਵਿੱਚ ਉਹਨਾਂ ਨੇ ਇੱਕ ਇਹੋ ਜਿਹੀ ਸੰਗਤ ਤਿਆਰ ਕਰ ਲਈ, ਨਾ ਸਿਰਫ ਪੰਜਾਬ ਦੀ ਧਰਤੀ, ਤਾਂ ਹੀ ਉਹ ਸਿੱਖੀਜ਼ਮ ਨੂੰ ਬਾਰਡਰ ਤੋਂ ਬਿਯੋਂਡ ਧਰਮ ਕਿਹਾ ਜਾਂਦਾ ਆ। ਉਹ ਕਿਤੇ ਇੱਕ ਖਿੱਤੇ ਦਾ ਧਰਮ ਨਹੀਂ, ਇਹ ਦੁਨੀਆ ਦਾ ਧਰਮ ਹੈ ਤੇ ਗੁਰੂ ਸਾਹਿਬ ਜਗਤ ਗੁਰੂ ਦੇ ਤੌਰ ਤੇ ਪ੍ਰਸਿੱਧ ਨੇ। ਉਹਨਾਂ ਨੇ ਜਿਹੜੀਆਂ ਉਦਾਸੀਆਂ ਸੀਗੀਆਂ ਉਹਦੇ ਵਿੱਚ ਉਹਨਾਂ ਨੇ ਆਪਣੇ ਪੈਰੋਕਾਰ ਜਿਹੜੇ ਆ ਉਹ ਪੈਦਾ ਕੀਤੇ, ਸੱਚਾਈ ਤੇ ਝੂਠ ਦੇ ਨਿਰਣੇ ਕੀਤੇ, ਬਰਾਬਰਤਾ, ਭਾਈਚਾਰਕ, ਪਿਆਰ, ਇਤਫਾਕ, ਚੰਗਿਆਈ ਤੇ ਗੁਣਾਂ ਦੇ ਉੱਤੇ ਉਹਨਾਂ ਦੀ ਆਧਾਰਿਤ ਸਾਰੀ ਜਿਹੜੀ ਜ਼ਿੰਦਗੀ ਸੀਗੀ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਉਹਨਾਂ ਦੇ 974 ਦੇ ਕਰੀਬ ਸ਼ਬਦ ਨੇ, ਜਿਨ੍ਹਾਂ ਵਿੱਚ ਮਾਝ ਦੀ ਵਾਰ ਤੇ ਗੁਰੂ ਨਾਨਕ ਸਾਹਿਬ ਦੀ ਤੇ ਜਪਜੀ ਸਾਹਿਬ ਤੇ ਆਸਾ ਦੀ ਵਾਰ, ਸਿੱਧ ਗੋਸ਼ਟ, ਜਿਹਨੂੰ ਸਾਰੇ ਆਪਾਂ ਕਾਮਨਲੀ ਬਹੁਤ ਚੰਗੀ ਤਰ੍ਹਾਂ ਸਾਰੇ ਜਾਣਦੇ ਆ। ਵੈਸੇ ਉਹਨਾਂ ਦੀ ਬਾਣੀ ਜਿਹੜੀ ਆ ਉਹ ਸਾਰੀ ਅਲੌਕਿਕ ਹੈ ਔਰ ਸਾਰੀ ਦੀ ਸਾਰੀ ਉਹਨਾਂ ਦੀ ਜਿਹੜੀ ਕਿਰਤ ਹੈ ਜ਼ਿੰਦਗੀ ਭਰ ਦੀ। ਜਿਵੇਂ ਤੁਸੀਂ ਦੱਸਿਆ ਕਿ ਜਦੋਂ ਉਹ ਮੱਕੇ ਮਦੀਨੇ ਤੱਕ ਗਏ, ਲੋਕਾਂ ਨੂੰ ਕੁਰਕਸ਼ੇਤਰ ਮਿਲਣ ਗਏ, ਕਿਤੇ ਕਿਤੇ ਗਏ, ਉੱਥੇ ਉਹ ਮਹਾਂਪੁਰਖਾਂ ਨੂੰ ਮਿਲਦੇ ਰਹੇ, ਉਹਨਾਂ ਦੀ ਜੀਵਨੀ ਤੋਂ ਸਿੱਖਿਆ ਵੀ ਲੈਂਦੇ ਰਹੇ, ਉਹਨਾਂ ਨੂੰ ਆਪਣੀ ਸਿੱਖਿਆ ਵੀ ਦਿੰਦੇ ਰਹੇ, ਆਪਣੀ ਜਿਹੜੀ
ਤੁਸੀਂ ਕਹਿ ਰਹੇ ਹੋ ਕੱਛ ਵਿੱਚ ਕਿਤਾਬ ਉੱਥੇ ਦਰਜ ਵੀ ਕਰਦੇ ਰਹੇ ਤੇ ਉਹਨਾਂ ਦੀਆਂ ਰਚਨਾਵਾਂ ਨੂੰ ਇਕੱਤਰ ਵੀ ਕਰਦੇ ਰਹੇ। ਕਿੰਨਾ ਵੱਡਾ ਕੰਮ ਸੀਗਾ ਇਹ। ਦੇਖੋ ਜੀ, ਜਿਉਂ-ਜਿਉਂ ਸਾਡੇ ਖੋਜੀ ਖੋਜ ਕਰਦੇ ਨੇ, ਉਹਨਾਂ ਦੀ ਜਿਹੜੀ ਫਿਲਾਸਫੀ ਆ ਉਹਨੂੰ ਸਮਝਦੇ ਨੇ। ਮੈਂ ਗਿੱਲ ਸਾਹਿਬ ਪਿਛਲੇ ਦਿਨੀ ਇੱਕ ਭਾਈ ਸਾਹਿਬ ਅੰਗਰੇਜ਼ੀ ਦੇ ਵਿੱਚ ਕਥਾ ਕਰਦੇ ਹੈਗੇ ਆ, ਤੇ ਉਹਨਾਂ ਨੇ ਇੱਕ ਲੈਸਨ ਜਿਹੜਾ ਉਹ ਦਿੱਤਾ, ਜਿਹੜਾ ਲੈਕਚਰ ਉਹਨਾਂ ਦਾ ਉਹ ਹੈ ਕਿ ਐਕਟਿਵਿਜ਼ਮ ਐਂਡ ਪੋਲਿਟਿਕਸ ਆਫ ਗੁਰੂ ਨਾਨਕ। ਮਤਲਬ ਕਿ ਸਾਡੇ ਬਹੁਤੇ ਲੋਕ ਤਾਂ ਉਹਨਾਂ ਨੂੰ ਅਧਿਆਤਮਕ ਰੰਗਣ ਹੀ ਦਿੰਦੇ ਨੇ ਨਾ ਜੀ, ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਰਚਨਾ ਵੀ ਜਿਹੜੀ ਹੈ ਨਾ ਉਹ ਸਾਰੀ ਦੀ ਸਾਰੀ ਲੌਕਿਕ ਵੀ ਹੈ ਔਰ ਅਲੌਕਿਕ ਵੀ ਹੈ। ਲੌਕਿਕ ਦਾ ਇਹ ਆ ਕਿ ਉਹ ਧਰਤੀ ਦੀ ਸ਼ਾਇਰੀ ਹੈਗੀ ਆ, ਧਰਤੀ ਦੀ ਬਾਣੀ ਆ, ਨਾਲ ਦੀ ਨਾਲ ਰੈਵੋਲੂਸ਼ਨਰੀ ਵੀ ਆ। ਹਾਂਜੀ ਹਾਂਜੀ, ਸਿਰ ਧਰ ਤਲੀ ਗਲੀ ਮੇਰੀ ਆਓ ਵਾਲਾ ਸ਼ਬਦ ਬਹੁਤੇ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਨਹੀਂ ਜ਼ਿਕਰ ਕਰਦੇ, ਉਹ ਸਮਝਦੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ਬਦ ਹੈ। ਨਹੀਂ, ਉਹਨਾਂ ਨੂੰ ਪਤਾ ਨਹੀਂ ਨਾ ਹੈਗਾ ਇਸ ਗੱਲ ਦਾ। ਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲਾਸਫੀ ਹੈ ਉਹ ਅਰਸ਼ ਦੀ ਵੀ ਫਿਲਾਸਫੀ ਹੈ ਤੇ ਫਰਸ਼ ਦੀ ਵੀ ਫਿਲਾਸਫੀ ਹੈਗੀ ਆ। ਫਰਸ਼ ਦਾ ਮਤਲਬ ਆ ਧਰਤੀ ਦੀ ਲੌਕਿਕ, ਤੇ ਅਰਸ਼ ਦਾ ਮਤਲਬ ਹੈਗਾ ਅਲੌਕਿਕ, ਜਿਹੜਾ ਸੰਸਾਰ ਸਾਨੂੰ ਦਿਖਾਈ ਨਹੀਂ ਦਿੰਦਾ, ਜਿਹੜਾ ਅਧਿਆਤਮ ਦਾ ਸੰਸਾਰ ਆ। ਤੇ ਗੁਰੂ ਨਾਨਕ ਦੇਵ ਜੀ ਨੂੰ ਸਮਝਣ ਲਈ ਉਹਨਾਂ ਦੀ ਲੌਕਿਕ ਫਿਲਾਸਫੀ ਨੂੰ ਸਮਝ ਕੇ ਉਹਨਾਂ ਨੇ ਉਦਾਹਰਨਾਂ ਜਿਹੜੀਆਂ ਦਿੱਤੀਆਂ ਹੈਗੀਆਂ ਉਹ ਆਮ ਜ਼ਿੰਦਗੀ ਦੇ ਵਿੱਚੋਂ ਦਿੱਤੀਆਂ ਹੈਗੀਆਂ। ਫਰਸ਼ ਤੋਂ ਉਦਾਹਰਨਾਂ ਦਿੱਤੀਆਂ ਹੈਗੀਆਂ। ਜਿਹੜੀ ਅਰਸ਼ ਦੀ ਗੱਲ ਹੈਗੀ ਆ ਉਹ ਬਾਅਦ ਦੇ ਵਿੱਚ ਉਹ ਕਰਦੇ ਆ, ਪਹਿਲਾਂ ਫਰਸ਼ ਦੀ ਗੱਲ ਕਰਦੇ ਹੈਗੇ ਆ ਕਿ ਇਹ ਜਿਹੜਾ ਸੰਸਾਰ ਹੈ ਇਹਦੇ ਵਿੱਚ ਮਨੁੱਖ, ਚੰਗਾ ਮਨੁੱਖ ਕਿਵੇਂ ਬਣ ਸਕਦਾ ਹੈਗਾ। ਔਰ ਉਹ ਗੱਲਾਂ ਜਿਹੜੀਆਂ ਆਪਾਂ ਕੀਤੀਆਂ ਹੈਗੀਆਂ ਕਿ ਸੱਚ ਤੇ ਖਲੋਣਾ, ਫਿਰ ਡੈਮੋਕ੍ਰੇਸੀ ਤੇ ਖਲੋਣਾ, ਐਕਟਿਵ ਯਾਨੀ ਇੱਕ ਕਾਰਕੁਨ ਹੋਣਾ, ਤੇ ਇੱਕ ਜਿਹੜੀ ਪੋਲਿਟਿਕਸ ਹੈਗੀ ਆ। ਹੁਣ ਬਹੁਤੇ ਲੋਕ ਇਸ ਗੱਲੋਂ ਮੈਂ ਵੀ ਥੋੜ੍ਹਾ ਜਿਹਾ ਹੈਸੀਟੇਟ ਹੀ ਕਰਦਾ ਸੀਗਾ, ਪਰ ਮੈਂ ਉਸ ਵਿਦਵਾਨ ਦੀ ਗੱਲ ਸੁਣ ਕੇ ਤੇ ਇਹ ਹੌਸਲਾ ਕੀਤਾ ਹੈਗਾ ਕਿ ਉਹਨਾਂ ਨੇ ਨਾਂ ਹੀ ਰੱਖਿਆ ਆਪਣੇ ਲੈਕਚਰ ਦਾ ਐਕਟਿਵਿਜ਼ਮ ਐਂਡ ਪੋਲਿਟਿਕਸ ਆਫ ਗੁਰੂ ਨਾਨਕ। ਗੁਰੂ ਨਾਨਕ ਦੀ ਪੋਲਿਟਿਕਸ ਕੀ ਆ? ਗੁਰੂ ਨਾਨਕ ਦੀ ਵੀ ਪੋਲਿਟਿਕਸ ਆ। ਉਹਨਾਂ ਨੇ ਜਦੋਂ ਰਾਜਿਆਂ ਨੂੰ ਵੰਗਾਰਿਆ ਆ ਤਾਂ ਉਹਦੇ ਵਿੱਚ ਰਾਜਨੀਤੀ ਕੀ ਆ? ਹੁਣ ਆਪਾਂ ਸ਼ਬਦ ਵਰਤ ਸਕਦੇ ਹਾਂ। ਰਾਜਨੀਤੀ ਕੀ ਆ ਕਿ ਰਾਜਿਆਂ ਦਾ ਲਹੂ ਪੀਣਿਆਂ ਦਾ ਰਾਜ ਨਹੀਂ ਹੋਣਾ ਚਾਹੀਦਾ। ਰਾਜ ਕਿਹਦਾ ਹੋਣਾ ਚਾਹੀਦਾ ਆ? ਕਿਰਤੀਆਂ ਦਾ ਰਾਜ ਹੋਣਾ ਚਾਹੀਦਾ ਆ। ਤੇ ਇਹ ਜਿਵੇਂ ਤੁਸੀਂ ਕਿਹਾ ਕਿ ਇੱਕ ਬਹੁਤ ਰੈਵੋਲੂਸ਼ਨਰੀ ਵਿਚਾਰ ਹੈ। ਤੇ ਰੈਵੋਲੂਸ਼ਨ ਹੋਰ ਕੀ ਆ ਕਿ ਤੁਸੀਂ ਜਿਹੜਾ ਜ਼ੁਲਮ ਦਾ ਰਾਜ ਹੈ ਉਹਨੂੰ ਖਤਮ ਕਰਕੇ ਇਨਸਾਫ ਦਾ ਰਾਜ ਸਥਾਪਿਤ ਕਰਨਾ ਆ। ਵਾਟ ਇਜ਼ ਦੈਟ? ਦੈਟ ਇਜ਼ ਰੈਵੋਲੂਸ਼ਨ। ਜੀ ਜੀ। ਤੇ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਲੋਕੀ ਕਹਿੰਦੇ ਆ ਨਾ ਵੀ ਆਮ ਅਜੇ ਵੀ ਕਹਿੰਦੇ ਆ ਵੀ ਇਹ ਤਾਂ ਪੋਲੀਟੀਕਲ ਗੱਲ ਆ ਜੀ, ਪੋਲਿਟਿਕਸ ਆ ਜੀ, ਇਹ ਗੱਲ ਨਾ ਕਰੋ। ਤੇ ਇਹ ਤਾਂ ਪੋਲਿਟਿਕਸ ਤੋਂ ਬਿਨਾਂ ਤਾਂ ਰੈਵੋਲੂਸ਼ਨ ਹੁੰਦਾ ਹੀ ਨਹੀਂਗਾ। ਪੋਲਿਟਿਕਸ ਤੋਂ ਬਿਨਾਂ ਤਾਂ ਇਨਸਾਫ ਹੁੰਦਾ ਹੀ ਨਹੀਂਗਾ। ਹਾਂ, ਇਹ ਠੀਕ ਆ ਕਿ ਤੁਹਾਡੀ ਪੋਲਿਟਿਕਸ ਕੀ ਹੋਣੀ ਚਾਹੀਦੀ ਆ ਜੀ। ਇਹ ਲੋਕ ਭਲਾਈ ਦੀ ਹੋਣੀ ਚਾਹੀਦੀ ਆ ਕਿ ਲੋਕ ਵਿਰੋਧੀ ਹੋਣੀ ਚਾਹੀਦੀ ਆ? ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪੋਲਿਟਿਕਸ ਆ ਉਹ ਲੋਕ ਪੱਖੀ ਆ, ਲੋਕਾਂ ਦੇ ਹੱਕ ਦੇ ਵਿੱਚ ਆ, ਕਿਰਤੀਆਂ ਦੇ ਹੱਕ ਦੇ ਵਿੱਚ ਆ, ਮਜ਼ਲੂਮਾਂ ਦੇ ਹੱਕ ਦੇ ਵਿੱਚ ਆ, ਲੁੱਟੇ ਜਾਣ ਵਾਲੇ ਲੋਕਾਂ ਦੇ ਹੱਕ ਵਿੱਚ ਹੈਗੀ ਆ। ਸੋ ਵੈਸੇ ਥੋੜਾ ਜਿਹਾ ਤੁਸੀਂ ਵਿਦਵਾਨ ਹੋ, ਸਾਰੀ ਤਾਂ ਉਮਰ ਸਕੂਲਾਂ ਕਾਲਜਾਂ 'ਚ ਪੜ੍ਹਾਇਆ, ਤੁਸੀਂ ਗਿਆਨ ਵੰਡਿਆ, ਖਾਸ ਕਰਕੇ ਪੰਜਾਬੀ ਤੇ ਪੰਜਾਬੀ ਭਾਸ਼ਾ ਦੀ ਸੰਪੂਰਨਤਾ ਉਹਨਾਂ ਚਿਰ ਨਹੀਂ ਹੁੰਦੀ ਜਿੰਨਾ ਚਿਰ ਅਸੀਂ ਆਪਣੇ ਸੂਫੀ ਮਤ ਦਾ ਅਧਿਐਨ ਨਹੀਂ ਕਰਦੇ ਤੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਨਹੀਂ ਕਰਦੇ, ਕਿਉਂਕਿ ਸਾਡੀਆਂ ਸਭ ਤੋਂ ਅਮੀਰ ਦੋ ਜਿਹੜੀਆਂ ਧਾਰਾਵਾਂ ਨੇ ਇਹਦੇ ਵਿੱਚ ਪਈਆਂ ਹੋਈਆਂ ਨੇ। ਤੇ ਸੂਫੀ ਮਤ ਦਾ ਪ੍ਰਚਾਰ ਵੀ ਬਹੁਤ ਹੋਇਆ ਉਹਨਾਂ ਸਮਿਆਂ 'ਚ, ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਆ, ਜਿਹੜੀ ਫਿਲਾਸਫੀ ਆ, ਥੋੜਾ ਜਿਹਾ ਮੈਨੂੰ ਥੋੜਾ ਨਖੇੜਾ ਕਰਕੇ ਦੱਸੋ ਕਿ ਜਿਹੜੀ ਰਾਜਨੀਤੀ ਧਰਤੀ ਵਾਲੀ ਤੇ ਫਿਲਾਸਫੀ ਜਿਹੜੀ ਇੱਕ ਅਧਿਆਤਮਕਵਾਦ ਨੂੰ ਵੀ ਜੇ ਪਾਸੇ ਛੱਡ ਦਈਏ ਆਪਾਂ, ਤੇ ਜਿਹੜੀ ਫਿਲਾਸਫੀ ਆ ਉਹਨਾਂ ਦੀ ਫਿਲਾਸਫੀ ਆ ਜਿਹੜੀ ਬਰਾਬਰਤਾ ਦੀ, ਲੋਕਾਂ ਦੇ ਨਾਲ ਜੁੜਨ ਦੀ, ਉਹਨਾਂ ਨੂੰ ਇੱਕ ਰੱਬ ਦਾ ਸੁਨੇਹਾ ਦੇਣ ਦੀ, ਵਹਿਮਾਂ ਭਰਮਾਂ ਚੋਂ ਬਾਹਰ ਕੱਢਣ ਦੀ, ਤੇ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉੱਤੇ ਵੀ ਮੈਂ ਤੁਹਾਡੇ ਕੋਲ ਆਉਣਾ ਹੈ ਅੱਗੇ ਚੱਲ ਕੇ। ਉਹਨਾਂ ਦੀਆਂ ਸਿੱਖਿਆਵਾਂ 'ਚ
ਤਿੰਨ ਚੀਜ਼ਾਂ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਆ ਕਿ ਵੰਡ ਛਕੋ, ਕਿਰਤ ਕਰੋ ਤੇ ਨਾਮ ਜਪੋ। ਇਹ ਫਿਲਾਸਫੀ ਸਿੱਖ ਫਿਲਾਸਫੀ ਦਾ ਇੱਕ ਧੁਰਾ ਬਣ ਕੇ ਉੱਭਰੀ ਤੇ ਨਾਨਕ ਦੀ ਜਿਹੜੀਆਂ ਤਿੰਨ ਸਿੱਖਿਆਵਾਂ ਨੇ ਉਹਦਾ ਇਹ ਆ ਕਿ ਜਦੋਂ ਤੁਹਾਡੇ ਕੋਲ ਕੋਈ ਵੀ ਚੀਜ਼ ਆਉਂਦੀ ਆ ਤੇ ਤੁਸੀਂ ਉਹਦੇ ਚੋਂ ਕੁਝ ਹਿੱਸਾ ਦੂਜਿਆਂ ਦੀ ਸਹਾਇਤਾ ਲਈ ਜ਼ਰੂਰ ਕੱਢੋ, ਬਿਨਾਂ ਕਿਸੇ ਸ਼ੋਸ਼ਣ ਦੇ, ਧੋਖਾਧੜੀ ਦੇ, ਇਮਾਨਦਾਰੀ ਨਾਲ ਜ਼ਿੰਦਗੀ ਦੀ ਕਿਰਤ ਕਰੋ ਤੇ ਜਿਹੜੀਆਂ ਮੁੱਖ ਕਮਜ਼ੋਰੀਆਂ ਨੇ 5 ਉਹਨਾਂ ਨੂੰ ਕਾਬੂ ਕਰਨ ਲਈ ਤੁਸੀਂ ਅਧਿਆਤਮਵਾਦ ਦਾ ਰਾਹ ਵੀ ਅਪਣਾਓ। ਪ੍ਰਮਾਤਮਾ ਦੇ ਉਸ ਇੱਕ ਓਂਕਾਰ ਦੇ ਜਿਹੜਾ ਤੁਹਾਡੇ ਅੰਦਰ ਹੈ, ਹਰ ਇੱਕ ਮਨੁੱਖ ਦੇ ਅੰਦਰ ਹੈ, ਕੁਦਰਤ ਵਿੱਚ ਵਸਿਆ ਹੋਇਆ, ਕੋਈ ਬਾਹਰੀ ਐਸੀ ਗੈਬੀ ਸ਼ਕਤੀ ਨਹੀਂ ਵੀ ਜਿਹਨੂੰ ਤੁਸੀਂ ਪੜ੍ਹ ਕੇ ਉਹਦਾ ਪ੍ਰਚਾਰ ਕਰਨਾ ਹੈ। ਉਹਦਾ ਧਿਆਨ ਧਰੋ ਤੇ ਤੁਸੀਂ ਸਹੀ ਮਾਰਗ ਤੇ ਚੱਲ ਸਕਦੇ ਹੋ। ਇਹ ਜਿਹੜੀ ਤੁਸੀਂ ਫਿਲਾਸਫੀ ਜਾਂ ਸਿੱਖਿਆਵਾਂ ਗੁਰੂ ਜੀ ਦੀਆਂ ਦਿੱਤੀਆਂ ਨਾ, ਇਹਨਾਂ ਦਾ ਜਿਹੜਾ ਸੀਕੁਐਂਸ ਆ ਨਾ ਉਹ ਥੋੜਾ ਜਿਹਾ ਠੀਕ ਕਰਨ ਦੀ ਲੋੜ ਹੈਗੀ ਆ। ਇਹ ਇਦਾਂ ਆ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਨਾ ਫਲਸਫਾ ਉਹ ਹੈ ਕਿਰਤ ਕਰੋ। ਕਿਰਤ ਜਿਹੜੀ ਉਹ ਨੰਬਰ 1 ਤੇ ਆ, ਠੀਕ ਹੈ ਜੀ, ਤੇ ਵੰਡ ਛਕੋ ਜਿਹੜਾ ਉਹ ਨੰਬਰ 2 ਤੇ ਆ, ਤੇ ਨਾਮ ਜਪੋ ਜਿਹੜਾ ਉਹ ਨੰਬਰ 3 ਤੇ ਆ। ਮੇਰੇ ਖਿਆਲ ਦਾ ਸਾਹਿਬ ਇਹਦਾ ਸੀਕੁਐਂਸ ਨਾਲ ਕੋਈ ਚੀਜ਼ ਵੱਡੀ ਛੋਟੀ ਨਹੀਂ ਹੁੰਦੀ, ਵੇਖਿਆ ਜਾਵੇ ਤੇ ਤਿੰਨੇ ਹੀ ਬੜਾ ਅਹਿਮ ਨੁਕਤੇ ਨੇ, ਜ਼ਿੰਦਗੀ ਦੇ ਤਿੰਨੇ ਬੜੇ ਅਹਿਮ ਨੁਕਤੇ ਨੇ। ਉਹਦੇ 'ਚ ਜਿਹੜੀ ਉਹਨਾਂ ਦੀ ਅਹਿਮੀਅਤ ਆ ਉਹਦੇ ਤੋਂ ਮੈਂ ਇਨਕਾਰ ਨਹੀਂ ਕਰ ਰਿਹਾ ਜੀ। ਮੈਂ ਸੀਕੁਐਂਸ ਇਸ ਕਰਕੇ ਸਮਝਣਾ ਆ ਕਿ ਵੰਡਣ ਲਈ ਉਹਦੇ ਕੋਲ ਹੀ ਹੋਏਗਾ ਜਿਹਦੇ ਕੁਝ ਕਮਾਇਆ ਹੋਏਗਾ ਜੀ। ਉਹ ਕਮਾਉਣਾ ਪਹਿਲਾਂ ਜ਼ਰੂਰੀ ਆ। ਕਿਰਤ ਕਰਨੀ ਜਿਹੜੀ ਆ ਨਾ ਨੰਬਰ 1, ਕਿਰਤ ਕਰੋ ਤੇ ਕਿਰਤ ਕਰਕੇ ਜੋ ਕਮਾਉਂਦੇ ਜੇ ਉਹਨੂੰ ਵੰਡ ਕੇ ਛਕੋ। ਮਤਲਬ ਕਿ ਬਰਾਬਰੀ ਦਾ ਸਿਧਾਂਤ ਆ ਕਿ ਜੋ ਤੁਹਾਡੇ ਕੋਲ ਹੈ ਉਹ ਜਿਹਦੇ ਕੋਲ ਨਹੀਂ ਉਹਨੂੰ ਦਿਓ। ਤੇ ਫਿਰ ਆਪਣੇ ਅੰਦਰ ਜਿਹੜੀਆਂ ਕਮਜ਼ੋਰੀਆਂ ਆ, ਜਿਵੇਂ ਤੁਸੀਂ ਕਿਹਾ ਹੈਗਾ, ਉਹਨਾਂ ਤੇ ਕਾਬੂ ਪਾਉਣ ਲਈ ਜਾਂ ਉਹਨਾਂ ਨੂੰ ਖਤਮ ਕਰਨ ਲਈ ਫਿਰ ਨਾਮ ਜਪੋ। ਮਤਲਬ ਕਿ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀਗੀ ਕਿ ਗੁਰੂ ਨਾਨਕ ਦੇਵ ਜੀ ਲੌਕਿਕ ਸੰਸਾਰ ਦੀ ਵੀ ਗੱਲ ਕਰਦੇ ਨੇ ਤੇ ਅਲੌਕਿਕ ਸੰਸਾਰ ਦੀ ਵੀ ਗੱਲ ਕਰਦੇ ਨੇ। ਕਿਰਤ ਕਰਨਾ ਤੇ ਵੰਡ ਛਕਣਾ ਇਹ ਲੌਕਿਕ ਸੰਸਾਰ ਦੀ ਗੱਲ ਹੈਗੀ ਆ, ਤੇ ਨਾਮ ਜਪਣਾ ਜਿਹੜਾ ਆ ਉਹ ਅਲੌਕਿਕ ਸੰਸਾਰ ਦਾ ਜਿਹੜਾ ਉਹ ਵਿਸ਼ਾ ਹੈ। ਜਿਹੜੀ ਤੁਸੀਂ ਸੂਫੀਆਂ ਵਾਲੀ ਗੱਲ ਕੀਤੀ ਹੈਗੀ ਆ, ਸੂਫੀਆਂ ਦੇ ਵਿੱਚ ਇੱਕ ਸਖਤ ਡਿਸਪਲਿਨ ਉਹ ਕਹਿੰਦੇ ਹੈਗੇ ਆ, ਔਰ ਕੁਝ ਸੂਫੀ ਜਿਹੜੇ ਆ ਉਹ ਆਪਣੇ ਆਪ ਨੂੰ, ਸਰੀਰ ਨੂੰ ਕਸ਼ਟ ਦੇਣ ਦੀ ਗੱਲ ਵੀ ਕਰਦੇ ਹੈਗੇ ਆ। ਜਿੱਦਾਂ ਬਾਬਾ ਫਰੀਦ ਕਹਿੰਦੇ ਆ ਕਿ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬਹੂ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕਿ 5 ਵਾਰੀ ਨਮਾਜ਼ ਪੜ੍ਹਨੀ ਜਿਹੜੀ ਆ ਇਹ ਜ਼ਰੂਰੀ ਆ। ਤੇ ਜਿਹੜੇ ਬਾਅਦ ਦੇ ਵਿੱਚ ਸਾਡੇ ਸੂਫੀ ਸ਼ਾਹ ਹੁਸੈਨ, ਬੁੱਲੇ ਸ਼ਾਹ ਵਗੈਰਾ ਜਿਹੜੇ ਹੋਏ ਆ, ਇਹਨਾਂ ਦਾ ਇਹ ਆ ਕਿ ਵੀ ਇਹ ਨੱਚਦੇ ਸੀਗੇ, ਨੱਚ ਕੇ ਆਪਣਾ ਇਸ਼ਟ ਮਨਾਉਂਦੇ ਸੀਗੇ, ਨੱਚਦੇ ਨੱਚਦੇ ਬੇਹੋਸ਼ ਹੋ ਜਾਂਦੇ ਸੀਗੇ ਤੇ ਫਿਰ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਹੋਸ਼ 'ਚ ਲਿਆਉਂਦੇ ਸੀਗੇ। ਇਸ ਤਰ੍ਹਾਂ ਦੇ ਸਰੀਰਾਂ ਨੂੰ ਕਸ਼ਟ ਦੇਣ ਵਾਲੀ ਜਿਹੜੀ ਗੱਲ ਹੈ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਬਈ ਇਹ ਨਹੀਂ ਹੈ। ਜਿਹੜਾ ਇੱਕ ਆਮ ਵਿਅਕਤੀ ਦਾ ਜੀਵਨ ਆ ਉਹਦੇ ਵਿੱਚ ਕਸ਼ਟ ਦੇਣ ਦੀ ਲੋੜ ਨਹੀਂ ਹੈ। ਤੁਸੀਂ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਤੇ ਗ੍ਰਸਤੀ ਜੀਵਨ ਜਿਹੜਾ ਹੈ ਉਹ ਜੀਓ, ਜਿਹਨੂੰ 5ਵੇਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈਗਾ ਕਿ ਉਦਮ ਕਰੰਦਿਆਂ ਜੂ ਤੂੰ ਕਮਾਵਦਿਆਂ ਸੁਖ ਪੁੰਚ, ਹਸੰਦਿਆਂ ਖੇਡੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤ। ਇਹ ਅਸਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਜਿਹੜੀ ਆ ਉਹਦਾ ਵਿਸਤਾਰ ਅਗਲੇ ਗੁਰੂ ਸਾਹਿਬਾਨ ਨੇ ਕੀਤਾ ਹੈਗਾ। ਇਸੇ ਕਰਕੇ ਗਿੱਲ ਸਾਹਿਬ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਆ ਨਾ ਉਹ ਲਗਭਗ ਜਪਜੀ ਸਾਹਿਬ ਦੇ ਵਿੱਚ ਸਮੋਈ ਹੋਈ ਆ, ਔਰ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਗੁਰੂ ਸਾਹਿਬਾਨ ਦੀ ਰਚਨਾ ਆ ਉਹ ਆਲਮੋਸਟ ਲਗਭਗ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ ਵਿਸਤਾਰ ਜਾਂ ਵਿਆਖਿਆ ਸਮਾਨ ਆ। ਇਸੇ ਕਰਕੇ ਜਿਹੜੇ ਸਾਡੇ ਬਾਅਦ ਵਾਲੇ ਗੁਰੂ ਨੇ, ਪਹਿਲੇ 4 ਗੁਰੂ ਨਾਨਕ ਦੇਵ ਜੀ ਤੋਂ ਬਾਅਦ ਵਾਲੇ ਜਿਹੜੇ ਨੇ, ਦੂਜੇ ਤੋਂ ਲੈ ਕੇ 5ਵੇਂ ਤੱਕ, ਤੇ ਫਿਰ 9ਵੇਂ ਗੁਰੂ ਨੇ ਜਿਹੜੇ ਤੇਗ ਬਹਾਦਰ ਜੀ, ਉਹ ਸਾਰੇ ਦੇ ਸਾਰੇ ਆਪਣਾ ਨਾਂ ਆਪਣੀ ਰਚਨਾ ਦੇ ਵਿੱਚ, ਬਾਣੀ ਦੇ ਵਿੱਚ ਕਿਤੇ ਨਹੀਂ ਗੇ ਵਰਤਦੇ।
ਉਹ ਵਰਤਦੇ ਆ ਬਈ ਨਾਨਕ ਮਹੱਲਾ ਦੂਜਾ, ਤੀਜਾ, ਚੌਥਾ, ਪੰਜਵਾਂ, ਨੌਵਾਂ, ਜਿਹਦਾ ਮਤਲਬ ਇਹ ਆ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਫਲਸਫਾ ਦਿੱਤਾ ਆ, ਅਸੀਂ ਉਹਦੇ ਤੇ ਚੱਲ ਰਹੇ ਹਾਂ, ਉਹਦੀ ਵਿਆਖਿਆ ਕਰ ਰਹੇ ਹਾਂ ਤੇ ਉਹਨੂੰ ਹੀ ਵਿਸਤਾਰ ਰਹੇ ਹਾਂ। ਸੋ ਗੁਰੂ ਨਾਨਕ ਦੇਵ ਜੀ ਜਿਹੜੇ ਆ ਜੀ, ਉਹਨਾਂ ਨੇ ਲੌਕਿਕ ਤੇ ਅਲੌਕਿਕ ਦੋਨਾਂ ਦਾ ਸੁਮੇਲ ਕੀਤਾ ਹੈਗਾ। ਔਰ ਸ਼ੁਰੂਆਤ ਉਹਨਾਂ ਨੇ ਲੌਕਿਕ ਤੋਂ ਕੀਤੀ ਆ, ਉਹਨਾਂ ਨੇ ਧਰਤੀ ਤੋਂ ਸ਼ੁਰੂਆਤ ਕੀਤੀ ਆ, ਸ਼ੁਰੂਆਤ ਉਹਨਾਂ ਨੇ ਫਰਸ਼ ਤੋਂ ਕੀਤੀ ਆ ਤੇ ਫਰਸ਼ ਤੇ ਰਹਿੰਦੇ ਹੋਏ ਇੱਕ ਚੰਗਾ ਜੀਵਨ ਜਿਹੜਾ ਹੈ ਉਹ ਕਿਵੇਂ ਜਿਉਣਾ ਹੈ ਤੇ ਫਿਰ ਫਰਸ਼ ਵੱਲ ਨੂੰ ਕਿਵੇਂ ਵਧਣਾ ਹੈ, ਇਹ ਜੀ। ਗੁਰੂ ਨਾਨਕ ਅੱਛਾ ਦੇਵ ਜੀ ਦਾ। ਭਾਈ ਸਾਹਿਬ, ਇੱਕ ਦੋ ਚੀਜ਼ਾਂ ਤੁਹਾਡੇ ਕੋਲ ਹੋਰ ਸਮਝਣੀਆਂ ਨੇ, ਸਾਡੇ ਸਰੋਤਿਆਂ ਲਈ ਵੀ ਲਾਹੇਵੰਦੀਆਂ ਹੋ ਸਕਦੀਆਂ ਨੇ। ਇੱਕ ਜਿਹੜੇ ਸਿੱਖ ਸਕਾਲਰ ਨੇ ਉਹ ਕਹਿੰਦੇ ਆ ਕਿ ਜਿਹੜੇ 10 ਗੁਰੂ ਸਾਹਿਬਾਨ ਨੇ ਉਹ 10 ਗੁਰੂਆਂ ਦੀ ਜੋਤ ਆ। ਜਦੋਂ ਸਿੱਖੀ ਦੀ ਛੇਲੀ ਟੋਪੀ ਜਾਂ ਜਿਹੜੀ ਗੱਦੀ ਦਿੱਤੀ ਜਾਂਦੀ ਸੀ ਤੇ ਉਹ ਜੋਤ ਉਧਰ ਪ੍ਰਗਟ ਹੋ ਜਾਂਦੀ ਸੀ। ਇਹਦਾ ਮੈਂ ਜਿੱਦਾਂ ਸਮਝਦਾ ਆ ਉਹ ਇਹ ਆ ਕਿ ਇੱਕ ਗੁਰੂ ਸਾਹਿਬ ਨੇ ਫਲਸਫਾ ਦਿੱਤਾ, ਇੱਕ ਵਿਚਾਰ ਦਿੱਤਾ, ਤੇ ਜਿਹੜੇ ਉਹਨਾਂ ਦੇ ਬਾਅਦ ਚ ਆਏ ਗੁਰੂ ਸਾਹਿਬਾਨ ਨੇ ਉਹਨਾਂ ਨੇ ਉਸ ਫਲਸਫੇ ਨੂੰ ਅੱਗੇ ਵਧਾਇਆ, ਪ੍ਰਸਾਰਿਆ ਤੇ ਉਹਦਾ ਪ੍ਰਚਾਰ ਕੀਤਾ ਜਾਂ ਉਹਨੂੰ ਕਲਮਬੰਦ ਕਰਕੇ ਇੱਕ ਸੰਪੂਰਨ ਧਰਮ ਦੀ ਸਥਾਪਨਾ ਵਾਲੇ ਪਾਸੇ ਨੂੰ ਕੰਮ ਕੀਤਾ। ਜੇ ਇਹਨੂੰ ਇਹਨਾਂ ਮਾਇਨਿਆਂ 'ਚ ਸਮਝਿਆ ਜਾਵੇ ਕਿ ਗੁਰੂ ਸਾਹਿਬ ਦੀ ਜੋਤ ਮਤਲਬ ਉਹਨਾਂ ਦਾ ਗਿਆਨ ਇਸ ਤਰੀਕੇ ਦਾ ਸੀ, ਜਿਹੜੇ ਦੂਜੇ ਗੁਰੂ ਸਾਹਿਬ ਜਿਹੜੇ ਉਹਨਾਂ ਦੇ ਬਾਅਦ ਆਉਂਦੇ ਆ ਉਹ ਉਹਨੂੰ ਹੀ ਫਾਲੋ ਕਰਦੇ ਆ ਤੇ ਇੱਕ ਹੀ ਡਾਇਰੈਕਸ਼ਨ 'ਚ ਸਾਰਾ ਕੰਮ ਹੋਇਆ ਆ। ਚਾਹੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਹੋਵੇ, ਉਹਦੀ ਸੰਪਾਦਨਾ ਹੋਵੇ, ਤੇ ਚਾਹੇ ਸਿੱਖ ਧਰਮ ਦੀ ਅੱਗੇ ਜਾ ਕੇ ਖਾਲਸਾ ਜਿਹੜਾ ਪ੍ਰਗਟਾਇਆ ਗਿਆ ਉਹਦੀ ਹੋਂਦ ਦੀ ਗੱਲ ਜਦੋਂ ਆਉਂਦੀ ਆ, ਤੇ ਗੁਰੂ ਨਾਨਕ ਦੀ ਜਿਹੜੀ ਫਿਲਾਸਫੀ ਤੇ ਸਿੱਖਿਆਵਾਂ ਆ ਉਹਦੇ ਅਨੁਕੂਲ ਹੀ ਸਾਰਾ ਕੁਝ ਚੱਲਦਾ ਰਿਹਾ। ਤੇ ਕੁਝ ਲੋਕ ਕਹਿ ਦਿੰਦੇ ਆ ਕਿ ਜੋਤ ਜਿਹੜੀ ਅੱਗੇ ਦੇ ਦਿੱਤੀ, ਥੋੜਾ ਜਿਹਾ ਇਹਦੇ 'ਚ ਜਿੱਦਾਂ ਮੈਂ ਸੋਚ ਰਿਹਾ ਉਦਾਂ ਠੀਕ ਲੱਗਦਾ ਤੁਹਾਨੂੰ, ਜਾਂ ਕੋਈ ਜੋਤ ਇਦਾਂ ਦੀ ਗੈਬੀ ਸ਼ਕਤੀ ਆ ਜਿਹੜੀ ਅੱਗੇ ਟ੍ਰਾਂਸਫਰ ਕੀਤੀ ਜਾਂਦੀ ਸੀਗੀ? ਤੁਸੀਂ ਗਿੱਲ ਸਾਹਿਬ ਦਰੁਸਤ ਕਿਹਾ ਹੈਗਾ, ਇਹ ਤੁਹਾਡਾ ਵਿਚਾਰ ਬਿਲਕੁਲ ਠੀਕ ਆ ਕਿ ਜਦੋਂ ਉਹ ਕਹਿੰਦੇ ਆ ਬਈ ਦੂਜਾ ਨਾਨਕ, ਤੀਜਾ ਨਾਨਕ, ਚੌਥਾ ਨਾਨਕ, ਪੰਜਵਾਂ ਨਾਨਕ, ਛੇਵਾਂ ਨਾਨਕ, ਤਾਂ ਮੈਂ ਜਿਵੇਂ ਪਹਿਲਾਂ ਕਿਹਾ ਹੈਗਾ ਕਿ ਉਹ ਅਸਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਵਿਚਾਰ ਦਿੱਤੇ ਆ ਉਹਨਾਂ ਨੂੰ ਪ੍ਰਚਾਰਦੇ ਆ ਤੇ ਵਿਸਤਾਰਦੇ ਆ। ਜਿਹੜੇ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੈ ਨਾ, ਜਿਹਦੇ ਵਿੱਚ ਪਹਿਲਾਂ ਆਪਾਂ ਗੱਲ ਕਰਕੇ ਹਟੇ ਆ ਕਿ ਕਿਰਤ ਕਰਨ ਦੀ ਗੱਲ ਆ, ਵੰਡ ਛਕਣ ਦੀ ਗੱਲ ਆ, ਔਰ ਉਹਦੇ ਵਿੱਚ ਫਿਰ ਨਾਮ ਜਪਣ ਦੀ ਗੱਲ ਹੈਗੀ ਆ। ਹੁਣ ਜਿਹੜੇ ਗੁਰੂ ਸਾਹਿਬਾਨ ਨੇ, ਦੇਖੋ ਜਿਹੜੀ ਲੰਗਰ ਦੀ ਪ੍ਰਥਾ ਆ ਉਹ ਬੇਸ਼ੱਕ ਅਧਿਕਾਰਤ ਤੌਰ ਤੇ ਜਾਂ ਆਫੀਸ਼ੀਅਲੀ ਕਹਿੰਦੇ ਆ ਵੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ ਆ, ਪਰੰਤੂ ਇਹਦਾ ਆਰੰਭ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਕਰਤਾ ਸੀਗਾ। ਜਦੋਂ ਉਹਨਾਂ ਨੇ ਸੱਚੇ ਸੌਦੇ ਵਾਲੀ ਜਿਹੜੀ, ਹਾਂਜੀ, ਸੱਚੇ ਸੌਦੇ ਵਾਲੀ ਜਿਹੜੀ ਗੱਲ ਹੈਗੀ ਆ। ਸੋ ਇਸ ਤਰੀਕੇ ਨਾਲ ਉਹਨਾਂ ਨੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਵਿਸਤਾਰਿਆ, ਪ੍ਰਚਾਰਿਆ ਤੇ ਉਚਾਰਿਆ, ਇਹ ਕੰਮ ਕੀਤੇ ਨੇ। ਹੁਣ ਤੁਸੀਂ ਦੇਖੋ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਦੀ ਸਿਰਜਣਾ ਵੇਲੇ ਸਿਰ ਮੰਗਣ ਦੀ ਗੱਲ ਜਦੋਂ ਆਉਂਦੀ ਹੈਗੀ ਆ, ਭਾਵ ਕਿ ਕਿਹੜਾ ਕੁਰਬਾਨੀ ਕਰ ਸਕਦਾ ਹੈ, ਉਹਨਾਂ ਨੇ ਸਹੀ ਮਾਇਨਿਆਂ ਦੇ ਵਿੱਚ ਜਾਂ ਅਸਲੀਅਤ ਦੇ ਵਿੱਚ ਗੁਰੂ ਦਸਵੇਂ ਗੁਰੂ ਨੇ ਕੋਈ ਉਹਨਾਂ ਪੰਜਾਂ ਪਿਆਰਿਆਂ ਦੇ ਸੀਸ ਉਤਾਰੇ ਨਹੀਂ ਸਨ। ਉਹਨਾਂ ਨੇ ਉਹਨਾਂ ਦੀ ਜਿਹੜੀ ਆ ਨਾ ਕੁਰਬਾਨੀ ਦੀ ਭਾਵਨਾ ਦੇਖੀ ਸੀਗੀ ਕਿ ਕੀ ਇਹ ਕੁਰਬਾਨੀ ਦੇ ਸਕਦੇ ਨੇ। ਸਿਰਲੱਥ ਯੋਧੇ ਚਾਹੀਦੇ ਸੀ ਉਹਨਾਂ ਨੂੰ, ਸਿਰਲੱਥ ਯੋਧਿਆਂ ਦੀ ਫੌਜ ਜੀ, ਕੀ ਇਹ ਸਿਰਲੱਥ ਯੋਧੇ ਬਣ ਸਕਦੇ ਨੇ? ਤੇ ਉਹਦਾ ਸੰਕੇਤ ਜਿਹੜਾ ਹੈਗਾ ਜੀ, ਜਾਂ ਉਹਦਾ ਆਧਾਰ ਹੈਗਾ, ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰੀ ਆਓ ਜੀ। ਗੁਰੂ ਨਾਨਕ ਦੇਵ ਜੀ ਨੇ ਹੀ ਇਹਦੀ ਨੀਂਹ ਜਿਹੜੀ ਆ ਉਹ ਧਰ ਦਿੱਤੀ ਸੀਗੀ। ਤੇ ਜਦੋਂ ਔਰੰਗਜ਼ੇਬ ਨੂੰ ਨੇ ਸ਼ਹੀਦ ਕੀਤਾ ਹੈਗਾ ਗੁਰੂ ਤੇਗ ਬਹਾਦਰ ਜੀ ਨੂੰ, ਜਿਹੜੀ ਤੁਸੀਂ ਜੋਤ ਵਾਲੀ ਗੱਲ ਕਰਦੇ ਹੋ, ਉਹ ਇੱਕ ਰਿਸਪੈਕਟ ਦੇ ਤੌਰ ਦੇ ਉੱਤੇ ਗੱਲ ਜਿਹੜੀ ਆ ਉਹ ਕੀਤੀ ਗਈ ਲੱਗਦੀ ਆ, ਕਿਉਂਕਿ ਸਿੱਖ ਧਰਮ ਦੇ ਵਿੱਚ
ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਕਿਤੇ ਵੀ ਕੋਈ ਕਰਾਮਾਤ ਦੀ ਗੱਲ ਹੈ ਹੀ ਨਹੀਂ। ਤੇ ਤੁਹਾਨੂੰ ਪਤਾ ਵੀ 9ਵੇਂ ਗੁਰੂ ਨੇ ਨੂੰ ਕੀ ਕਿਹਾ ਗਿਆ ਸੀਗਾ ਕਿ ਕਰਾਮਾਤ ਦਿਖਾਓ, ਕਰਾਮਾਤ ਦਿਖਾਓ। ਤੇ ਜੇ ਕਰਾਮਾਤ ਨਹੀਂ ਦਿਖਾਉਣੀ ਤੇ ਫਿਰ ਸੀਸ ਜਿਹੜਾ ਉਹਦੀ ਕੁਰਬਾਨੀ ਦੇਣ ਲਈ ਤਿਆਰ ਹੋ ਜਾਓ। ਤੇ ਜੇ ਕਰਾਮਾਤ ਹੁੰਦੀ ਤਾਂ ਗੁਰੂ ਜੀ ਕਰਾਮਾਤ ਦਿਖਾਉਂਦੇ ਨਾ। ਉਹਨਾਂ ਨੇ ਵੈਸੇ ਆਪਣੇ ਪ੍ਰੋਫੈਸਰ ਸਾਹਿਬ ਜਿਹੜੇ ਉਸ ਸਮੇਂ ਦੇ ਸਥਾਪਤੀ ਧਰਮ ਸੀਗੇ, ਅੱਜ ਵੀ ਦੇਖੋ ਕ੍ਰਿਸਚੈਨਿਟੀ 'ਚ ਵੀ ਇਹ ਗੱਲ ਆ ਕਿ ਕਿਸੇ ਵਿਅਕਤੀ ਨੂੰ ਸੇਂਟ ਦੀ ਉਪਾਧੀ ਨਹੀਂ ਦਿੱਤੀ ਜਾ ਸਕਦੀ ਜੇ ਉਹ ਕੋਈ ਕਰਾਮਾਤ ਨਹੀਂ ਦਿਖਾਉਂਦਾ। ਮੈਨੂੰ ਯਾਦ ਹੈ ਜਦੋਂ ਮਦਰ ਟੈਰੇਸਾ ਹੀ ਗਏ ਤੇ ਇਹ ਵਿਵਾਦ ਰਿਹਾ ਕ੍ਰਿਸਚੈਨਿਟੀ 'ਚ ਕਿ ਉਹ ਸੇਂਟ ਸੀ ਜਾਂ ਨਹੀਂ। ਬਾਅਦ ਵਿੱਚ ਉਹਨਾਂ ਦੀ ਜੀਵਨ ਦੀ ਇੱਕ ਕਹਾਣੀ ਲੱਭ ਕੇ ਉਹਨਾਂ ਨਾਲ ਜੋੜ ਦਿੱਤੀ ਗਈ ਕਿ ਉਹਨਾਂ ਨੇ ਇੱਕ ਮੁਰਦੇ ਵਿੱਚ ਜਾਨ ਪਾ ਦਿੱਤੀ ਸੀ। ਜਿੱਦਾਂ ਸਾਡੇ ਗੁਰੂ ਨਾਨਕ ਸਾਹਿਬ ਬਾਰੇ ਵੀ ਕਹਿੰਦਾ ਮਰਦਾਨੇ ਨੂੰ ਕਿਹਾ ਉੱਠ ਮਰਦਾਨਿਆ, ਯਾਨੀ ਕਿ ਕੁਝ ਇੱਕ ਜਿਹੜੀਆਂ ਉਸ ਸਮੇਂ ਦੀਆਂ ਜਿਹੜੀਆਂ ਐਸਟੈਬਲਿਸ਼ ਹੋਈਆਂ ਪਰੰਪਰਾਵਾਂ ਸੀ ਉਹ ਜ਼ਬਰਦਸਤੀ ਸਿੱਖ ਧਰਮ ਵਿੱਚ ਵੀ ਘੁਸੀਆਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ। ਚਾਹੇ ਉਹਨਾਂ ਨੂੰ ਤੋੜਨ ਵਾਸਤੇ, ਉਹਨਾਂ ਰਵਾਇਤਾਂ ਨੂੰ ਕੱਟਣ ਵਾਸਤੇ ਗੁਰੂ ਸਾਹਿਬ ਨੇ ਬਹੁਤ ਕੁਝ ਕੀਤਾ। ਕਿਆ ਹਿੰਦੂ ਧਰਮ ਦੀਆਂ ਜਿਹੜੀਆਂ ਕੱਟੜ ਰਵਾਇਤਾਂ ਸੀਗੀਆਂ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਮੁੱਚੀ ਭਗਤੀ ਲਹਿਰ ਤੇ ਗੁਰੂ ਸਾਹਿਬ ਦਾ ਜਿਹੜਾ ਯੋਗਦਾਨ ਹੈ ਉਹਨੂੰ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਹਨਾਂ ਨੇ ਉਹਨਾਂ ਪਰੰਪਰਾਵਾਂ ਨੂੰ ਤੋੜਿਆ। ਜਿੱਦਾਂ ਤੁਸੀਂ ਪਹਿਲਾਂ ਜੋਗੀਆਂ ਬਾਰੇ ਗੱਲ ਕੀਤੀ ਕਿ ਉਹ ਖੁੰਦਰਾਂ 'ਚ ਵੜ ਗਏ, ਪਹਾੜਾਂ 'ਚ ਵੜ ਗਏ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਸਿਆਣੇ ਲੋਕ ਥੱਲੇ ਆਓ, ਲੋਕ ਕੀ ਕਰਨਗੇ, ਤੁਸੀਂ ਤੇ ਉਹਨਾਂ ਨੂੰ ਸਮਝਾਉਣਾ। ਤੇ ਹੁਣ ਅਸੀਂ ਕਿਤੇ ਨਾ ਕਿਤੇ ਕਿਰਾਏ ਪੈ ਕੇ ਕਦੀ ਹੇਮਕੁੰਡ ਕੋਈ ਗੁਫਾ ਲੱਭ ਲੈਂਦੇ ਹਾਂ ਤੇ ਕਦੀ ਕਿਤੇ ਹੋਰ ਚਲ ਜਾਂਦੇ ਹਾਂ। ਗੁਰੂ ਦੀ ਫਿਲਾਸਫੀ ਨੂੰ ਕਿਤੇ ਨਾ ਕਿਤੇ ਟੁੱਟ ਰਹੇ ਹਾਂ। ਹਾਲਾਂਕਿ ਬਹੁਤ ਸਾਰੇ ਫਿਲਾਸਫਰ ਕਹਿੰਦੇ ਨੇ ਜਿਹੜੇ ਵੱਖ-ਵੱਖ ਧਰਮਾਂ ਦੇ ਵੀ ਨੇ, ਮੈਨੂੰ ਹੁਣ ਉਹਨਾਂ ਸਾਰਿਆਂ ਦੇ ਨਾਂ ਤੇ ਯਾਦ ਨਹੀਂ, ਕਹਿੰਦੇ ਆ ਕਿ ਫਿਊਚਰ ਦਾ ਜਿਹੜਾ ਇੱਕ ਸਾਂਝਾ ਧਰਮ ਹੈ ਉਹ ਸਿੱਖੀਜ਼ਮ ਚੋਂ ਨਿਕਲ ਸਕਦਾ ਹੈ, ਜਿਹੜਾ ਇਨਸਾਨੀਅਤ ਨੂੰ ਪਰਨਾਇਆ ਹੋਇਆ ਧਰਮ ਹੈ, ਜਿਹੜਾ ਕਿਸੇ ਨੂੰ ਰੰਗ ਭੇਦ ਬੋਲੀ ਖਿੱਤੇ ਦੇ ਆਧਾਰ ਤੇ ਵੰਡਦਾ ਨਹੀਂ, ਸਾਰਿਆਂ ਲਈ ਸਭ ਜਗ੍ਹਾ ਇੱਕੋ ਜਿਹਾ ਆ। ਵੈਸੇ ਤੇ ਕਈ ਦੋਸਤ ਕਹਿੰਦੇ ਹੁੰਦੇ ਆ ਕਿ ਜਿਹੜੇ ਧਰਮ 'ਚ ਤੁਸੀਂ ਪੈਦਾ ਹੋਏ ਹੋ ਤੁਹਾਨੂੰ ਉਹ ਸਭ ਤੋਂ ਅੱਛਾ ਲੱਗਦਾ, ਤੇ ਕਈ ਵਾਰ ਲੜਾਈ ਵੀ ਇਸ ਗੱਲੋਂ ਪੈਂਦੀ ਆ ਕਿ ਅਸੀਂ ਕਹਿੰਦੇ ਕਿ ਸਾਡਾ ਸਭ ਤੋਂ ਸੁਪੀਰੀਅਰ ਹੈ। ਪਰ ਜਦੋਂ ਦੂਜੇ ਲੋਕ ਤੁਹਾਡੀ ਫਿਲਾਸਫੀ ਨੂੰ ਸਮਝ ਕੇ ਅੰਡਰਸਟੈਂਡ ਕਰਕੇ ਕੋਈ ਕਮੈਂਟ ਕਰਦੇ ਆ ਕਿ ਇਹ ਭਵਿੱਖ ਦਾ ਧਰਮ ਹੈ ਜਾਂ ਭਵਿੱਖ ਦੀ ਜੀਵਨ ਜਾਚ ਹੈ, ਜਾਂ ਇੰਝ ਕਹ ਲਓ ਧਰਮ ਨਾ ਕਹੋ ਕਿਸੇ ਨੂੰ ਚੁਭਦਾ ਹੋਵੇ ਤਾਂ, ਤੇ ਫਿਰ ਉਹ ਇੱਕ ਬੜੀ ਵੱਡੀ ਮਤਲਬ ਗੱਲ ਲੱਗਦੀ ਆ ਕਿ 550 ਪਹਿਲਾਂ ਬਾਬੇ ਨਾਨਕ ਦੀ ਦਿੱਤੀ ਫਿਲਾਸਫੀ ਨੂੰ ਅੱਜ ਉਸ ਤਰ੍ਹਾਂ ਦੀ ਰੈਕੋਗਨੀਸ਼ਨ ਮਿਲਦੀ ਆ। ਪਰ ਕੁਝ ਲੋਕ ਧੱਕੇ ਨਾਲ ਰੈਕੋਗਨੀਸ਼ਨ ਜਿੱਦਾਂ ਦਿਵਾਉਣੀ ਚਾਹੁੰਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਸਾ 'ਚ ਪ੍ਰਕਾਸ਼ ਕੀਤਾ ਹੋਇਆ, ਇੱਧਰ ਕੀਤਾ ਉੱਧਰ ਕੀਤਾ, ਉਹ ਲੋਕ ਜਿਹੜੇ ਆ ਉਹਨਾਂ ਨੇ ਨਾ ਤਾਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ, ਨਾ ਉਹਦੀ ਬਾਣੀ ਨੂੰ ਸਮਝਿਆ ਤੇ ਨਾ ਉਹ ਫਿਲਾਸਫੀ ਨੂੰ ਉਹਨਾਂ ਅਪਣਾਇਆ ਜੀਵਨ ਦੇ ਵਿੱਚ। ਤਾਂ ਹੀ ਉਹ ਇਸ ਤਰ੍ਹਾਂ ਦੇ ਤੁੱਕੇ ਮਾਰ-ਮਾਰ ਕੇ ਤੇ ਧਰਮ ਦੇ ਫੈਲਾਅ ਦੀ ਗੱਲ ਕਰਦੇ ਆ, ਅਸਲ 'ਚ ਉਹ ਧਰਮ ਦਾ ਨੁਕਸਾਨ ਕਰ ਰਹੇ ਹੁੰਦੇ ਆ। ਗਿੱਲ ਸਾਹਿਬ ਪ੍ਰੋਫੈਸਰ ਪ੍ਰੀਤਮ ਸਿੰਘ ਇਸ ਵੇਲੇ ਦੁਨੀਆ 'ਚ ਨਹੀਂ ਹਨ। ਉਹਨਾਂ ਦੀ ਬੇਟੀ ਡਾਕਟਰ ਹਰਸ਼ਿੰਦਰ ਕੌਰ ਜਿਹੜੀ ਆ ਉਹ ਮਨੁੱਖਤਾ ਦੇ ਭਲੇ ਲਈ, ਬਿਮਾਰੀਆਂ ਨਾਲ ਲੜਨ ਲਈ, ਜਿਹੜੀਆਂ ਸਮਾਜ ਦੀਆਂ ਕੁਰੀਤੀਆਂ ਉਹਨਾਂ ਲਈ ਲੜਨ ਲਈ ਯਤਨਸ਼ੀਲ ਆ। ਜਿਹੜੇ ਪ੍ਰੋਫੈਸਰ ਪ੍ਰੀਤਮ ਸਿੰਘ ਸੀਗੇ ਜੀ ਗਿੱਲ ਸਾਹਿਬ, ਉਹ ਜਿਹੜੇ ਪ੍ਰੋਫੈਸਰ ਸਾਹਿਬ ਸੀਗੇ ਨਾ ਜਿਨ੍ਹਾਂ ਨੇ ਗੁਰਬਾਣੀ ਦੀ ਵਿਆਕਰਨ ਪਹਿਲਾਂ ਜੀ ਆ ਔਰ ਉਹਨਾਂ ਨੂੰ ਬੜੀ ਮਾਨਤਾ ਆ, ਉਹਨਾਂ ਦੇ ਉਹ ਜਵਾਈ ਸਨ, son-in-law ਸਨ। ਤੇ ਉਹਨਾਂ ਨੇ ਇੱਕ ਥਾਂ ਲਿਖਿਆ ਹੈਗਾ ਕਿ ਸਾਡੇ ਜਿਹੜੇ ਸਾਖੀਕਾਰ ਨੇ ਨਾ ਉਹਨਾਂ ਨੇ ਬੜੇ ਭਰਮ ਭੁਲੇਖੇ ਪੈਦਾ ਕਰ ਦਿੱਤੇ ਆ। ਇੱਕ ਉਹਨਾਂ ਨੇ ਉਦਾਹਰਨ ਦਿੱਤੀ ਸੀਗੀ ਕਿ ਕੋਈ ਕੀਟਗ੍ਰਾਮ ਜਿਹੜਾ ਉਹ ਉਹਨਾਂ ਨੇ ਥਾਂ ਦਾ ਉਹਦੇ 'ਚ ਜ਼ਿਕਰ ਕੀਤਾ ਤੇ ਉਹਨੂੰ ਸਾਖੀਕਾਰ ਨੇ ਮਤਲਬ ਕੋਈ ਕੀੜਿਆਂ ਦਾ ਦੇਸ਼ ਜਾਂ ਇੱਦਾਂ ਦਾ ਮਤਲਬ ਪੇਸ਼ ਕਰ ਦਿੱਤਾ। ਯਾਨੀ ਥੋੜ੍ਹੀ ਜਿਹੀ ਉਕਾਈ ਜਿਹੜੀ ਹੈਗੀ ਆ ਉਹ ਗਾਂਹ ਫਿਰ ਆਉਣ ਵਾਲੇ ਜਿਹੜੇ ਆ ਬਹੁਤ ਭਰਮ ਭੁਲੇਖੇ ਜਿਹੜੇ ਆ ਉਹ ਪੈਦਾ ਕਰਦੀ ਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੰਨਾ ਫਲਸਫਾ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦਾ, ਜਿਨ੍ਹਾਂ ਦਾ ਅਸੀਂ ਜਨਮ ਦਿਨ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦੇ ਅਵਤਾਰ ਪੁਰਬ ਦੀ ਗੱਲ ਕਰ ਰਹੇ ਹਾਂ, ਉਹਨਾਂ ਨੇ ਜਿਹੜਾ ਫਲਸਫਾ ਦਿੱਤਾ ਆ, ਜਿਹੜਾ ਦਰਸ਼ਨ ਦਿੱਤਾ ਆ, ਉਹ ਫਿਲਾਸਫੀ ਜਿਹੜੀ ਆ ਉਹਨੂੰ ਪ੍ਰਚਾਰਨ ਵਾਸਤੇ ਤੇ ਵਿਸਤਾਰਨ ਵਾਸਤੇ ਉਸ ਪੱਧਰ ਦੇ ਵਿਦਵਾਨ ਜਿਹੜੇ ਆ ਉਹ ਸ਼ਾਇਦ ਨਹੀਂ ਪੈਦਾ ਹੋ ਸਕੇ ਜਾਂ ਉਹ ਭਵਿੱਖ ਵਿੱਚ ਪੈਦਾ ਹੋਣ ਜਿਵੇਂ ਤੁਸੀਂ ਕਿਹਾ ਹੈਗਾ। ਤੇ ਇਹ ਬਿਲਕੁਲ ਸੱਚੀ ਗੱਲ ਹੈਗੀ ਆ। ਇਸ ਕਰਕੇ ਨਹੀਂ ਕਿ ਹਰਜੀਤ ਸਿੰਘ ਗਿੱਲ ਜਾਂ ਮੈਂ ਸਿੱਖ ਧਰਮ 'ਚ ਪੈਦਾ ਹੋਏ ਹਾਂ, ਉਹ ਮੈਨੂੰ ਇਸ ਕਰਕੇ ਵੀ ਲੱਗਦੀ ਆ ਕਿ
ਸਿੱਖ ਧਰਮ ਅਸਲ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਚਲਾਇਆ, ਇਹ ਸਭ ਤੋਂ ਛੋਟੀ ਉਮਰ ਦਾ ਧਰਮ ਹੈ। ਮਤਲਬ ਜੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਲੈ ਲਈਏ ਤਾਂ 550 ਸਾਲ ਹੋਏ ਆ, ਮਤਲਬ 553ਵਾਂ ਅਸੀਂ ਉਹਨਾਂ ਦਾ ਜਿਹੜਾ ਅਵਤਾਰ ਪੁਰਬ ਹੈ ਉਹ ਮਨਾ ਰਹੇ ਹਾਂ। ਤੇ ਬਾਕੀਆਂ ਧਰਮਾਂ ਤੋਂ ਗੁਰੂ ਸਾਹਿਬ ਨੇ ਅਧਿਐਨ ਕੀਤਾ, ਬੜਾ ਕੁਝ ਉਹਨਾਂ ਚੋਂ ਲਿਆ, ਜਿਹੜੀਆਂ ਚੰਗੀਆਂ ਗੱਲਾਂ ਸਨ ਉਹਨਾਂ ਨੂੰ ਸ਼ਾਮਲ ਕਰ ਲਿਆ, ਜਿਹੜੀਆਂ ਕੋਈ ਸਮਾਜ ਨੂੰ ਅੱਗੇ ਖੜਨ 'ਚ ਹੈਲਪ ਨਹੀਂ ਕਰਦੀਆਂ ਸਨ, ਮਦਦ ਨਹੀਂ ਕਰਦੀਆਂ ਸਨ, ਉਹਨਾਂ ਨੂੰ ਛੱਡ ਦਿੱਤਾ। ਤੇ ਇੱਕ ਦੇਖੋ ਗੁਰੂ ਸਾਹਿਬ ਦਾ ਇੱਕ ਖੋਜ ਹੋਈ ਆ ਹੁਣ ਕਿ ਸੰਗੀਤ ਜਿਹੜਾ ਹੈ ਨਾ, ਇਹ ਸੁਣਨ ਨਾਲ ਤੇ ਗਾਉਣ ਨਾਲ ਬੰਦੇ ਦੇ ਦਿਮਾਗ ਦੇ ਬੜੇ ਕਵਾੜ ਖੁੱਲ੍ਹ ਜਾਂਦੇ ਆ। ਇਹ ਡਾਕਟਰ ਹਰਸ਼ਿੰਦਰ ਕੌਰ ਕੱਲ੍ਹ ਇੱਕ ਟੀਵੀ ਚੈਨਲ ਤੇ ਦੱਸ ਰਹੇ ਸਨ, ਇਹ ਬੜੀ ਖੋਜ ਹੋਈ ਹੈ ਇੰਟਰਨੈਸ਼ਨਲ ਲੈਵਲ ਤੇ। ਪਹਿਲਾਂ ਸੰਗੀਤ ਸੁਣਨ ਦੀ ਗੱਲ ਹੀ ਚੱਲਦੀ ਸੀਗੀ, ਤੇ ਹੁਣ ਇਹ ਆ ਵੀ ਗਾਇਨ, ਸੰਗੀਤ ਸੁਣਨਾ ਤੇ ਗਾਇਨ ਕਰਨਾ। ਤੇ ਗੁਰੂ ਨਾਨਕ ਦੇਵ ਜੀ ਤਾਂ ਮੈਂ ਕਹਿਣਾ ਇਹ ਚਾਹੁੰਦਾ ਵੀ ਸ਼ੁਰੂਆਤ ਹੀ ਉਹਨਾਂ ਨੇ ਇੱਥੋਂ ਕੀਤੀ ਆ ਜੀ, ਕਿ ਉਹ ਗਾਇਨ ਕਰਦੇ ਸਨ। ਮੈਂ ਜਦੋਂ ਅੱਜ ਥੋੜਾ ਜਿਹਾ ਇਹਦੇ ਬਾਰੇ ਤਿਆਰੀ ਕਰ ਰਿਹਾ ਸੀ ਪ੍ਰੋਗਰਾਮ ਤੋਂ 5-7 ਮਿੰਟ ਪਹਿਲਾਂ, ਤੇ ਕੁਝ ਚੀਜ਼ਾਂ ਮੈਂ ਵੇਖੀਆਂ ਜਿਹੜੀਆਂ ਬਹੁਤ ਅਲੱਗ ਤਰ੍ਹਾਂ ਦੀਆਂ ਲੱਗੀਆਂ। ਉਹਦੇ ਵਿੱਚ ਇੱਕ ਚੀਜ਼ ਇਹ ਕਿਹਾ ਜਾ ਰਿਹਾ ਸੀ ਕਿ ਗੁਰੂ ਸਾਹਿਬ ਨੇ ਜਿਹੜੇ ਵਿਭਿੰਨ ਦੇਸ਼ਾਂ ਦੇ ਦੌਰੇ ਕੀਤੇ, ਜਿਹਨੂੰ ਅਸੀਂ ਉਦਾਸੀਆਂ ਕਹਿੰਦੇ ਆ, ਉਹਨਾਂ ਦੀਆਂ ਕੌਮਾਂ ਨਾਲ ਜਾ ਕੇ ਉਹਨਾਂ ਨੂੰ ਸਮਝਿਆ, ਜਾਤਾਂ ਮਜ਼ਹਬਾਂ ਦੇ ਲੋਕਾਂ 'ਚ ਉਹਨਾਂ ਦੀਆਂ ਸੁਰਾਂ ਜਿਹੜੀਆਂ ਸੀ, ਉਹਨਾਂ ਸਾਰੀਆਂ ਸੁਰਾਂ ਨੂੰ ਇਕੱਠਿਆਂ ਕਰਕੇ, ਤੇ ਜਿਹੜੀ ਸਾਜ਼ ਹੈ ਉਹ ਵਿਦੇਸ਼ੀ ਸੀਗਾ, ਅਰਬ ਤੋਂ ਆਇਆ ਹੋਇਆ ਫਾਰਸੀ ਵਾਲਾ ਸਾਜ਼ ਰਬਾਬ, ਉਹਨੂੰ ਉਹਦੇ ਵਿੱਚ ਰਲਾ ਲਿਆ। ਤੇ ਉਹਨਾਂ ਨੇ ਬਹੁਤ ਸੱਭਿਆਚਾਰ ਜਿਹੜਾ ਆ ਉਹਦੀ ਇੱਕ ਸਮਾਧੀ ਜਿਹੜੀ ਆ ਆਨੰਦ ਤੇ ਇੱਕ ਕ੍ਰਾਂਤੀਕਾਰੀ ਸੰਦੇਸ਼ ਉਹਦੇ ਥਰੂ ਦਿੱਤਾ। ਜਦੋਂ ਗੁਰੂ ਸਾਹਿਬ ਕਹਿੰਦੇ ਨੇ ਨਾ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਆ, ਤੇ ਉਹ ਕਹਿੰਦੇ ਆ ਕਿ ਛੇੜ ਰਬਾਬ ਕਿਉਂਕਿ ਵਜਾਉਣਾ ਹੀ ਨਹੀਂ ਹੁੰਦਾ, ਉਹ ਕਹਿੰਦੇ ਆ ਕਿ ਇਹ ਇੱਕ ਇਲਾਹੀ ਹੁਕਮ ਹੈ। ਤੇ ਛੇੜ ਦਾ ਮਤਲਬ ਹੈ ਕਿ ਇੱਕ ਆਸ਼ਿਕ ਦੇ ਤੌਰ ਤੇ ਜਦੋਂ ਪਿਆਰ ਵਿੱਚ ਰਤਿਆ ਕੋਈ ਇਨਸਾਨ ਇਹ ਸ਼ਬਦ ਬੋਲਦਾ ਹੈ ਤਾਂ ਉਹਦੀ ਇਹ ਨਿਸ਼ਾਨੀ ਆ ਕਿ ਉਹ ਉਸ ਪ੍ਰਭੂ ਨਾਲ ਜਾਂ ਉਸ ਤਰ੍ਹਾਂ ਦੇ ਜਿਹੜੇ ਰੰਗ ਆ ਉਹਦੇ ਵਿੱਚ ਰਤਿਆ ਹੋਇਆ ਮਨੁੱਖ ਹੁੰਦਾ। ਤੇ ਉਹ ਕਹਿੰਦੇ ਆ ਕਿ ਜਿਹੜਾ ਇਸ਼ਕ ਹੈ, ਆਪਣੇ ਰੱਬ ਨਾਲ ਇਸ਼ਕ ਜਿਹੜਾ ਹੈ, ਉਹ ਕੋਈ ਮਰਦਾਨਾ ਮੁਸਲਮ ਜਾਂ ਰਬਾਬੀ ਨਹੀਂ ਰਹਿ ਜਾਂਦਾ। ਜਦੋਂ ਉਹ ਰਬਾਬ ਵਜਾਉਂਦਾ ਫਿਰ ਉਹ ਮੁਸਲਮ ਨਹੀਂ ਰਹਿ ਜਾਂਦਾ ਤੇ ਰਬਾਬੀ ਵੀ ਨਹੀਂ ਰਹਿ ਜਾਂਦਾ, ਉਹ ਕੇਵਲ ਇੱਕ ਇਹੋ ਜਿਹਾ ਪ੍ਰੇਮੀ ਹੁੰਦਾ ਜਿਹੜਾ ਰਾਗ ਦੇ ਉੱਤੇ ਯਾਨੀ ਕਿ ਪ੍ਰੇਮ ਦੀਆਂ ਧੁਨਾਂ ਛੇੜਦਾ। ਤੇ ਇਲਾਹੀ ਬਾਣੀ ਜਾਂ ਧੁਰ ਦੀ ਬਾਣੀ ਸਹਿਜੇ ਹੀ ਨਾਨਕ ਦੇ ਮੁਖਾਰ ਬੁੱਧ ਚੋਂ ਜਿਹੜੀ ਆ ਉਹ ਪ੍ਰਗਟ ਹੋ ਜਾਂਦੀ ਆ, ਤੇ ਜਿਹੜੀ ਭੁੱਲੀ ਭਟਕੀ ਲਕਾਈ ਆ ਉਹਨੂੰ ਮਹਾ ਆਨੰਦ ਤੇ ਵਿਸਮਾਦ ਜਿਹੜਾ ਉਹਦੇ ਵਿੱਚ ਲੈ ਜਾਂਦੀ ਆ। ਕਿਆ ਸ਼ਬਦਾਵਲੀ ਹੈ ਇਹ ਸ਼ਬਦਾਵਲੀ ਬਹੁਤ ਸੋਹਣੀ ਆ ਜੀ। ਮੈਂ ਤਾਂ ਗੱਲ ਇਹ ਕਰਨ ਲੱਗਾ ਸੀਗਾ ਕਿ ਜਿਹੜੀ ਖੋਜ ਮਨੋਵਿਗਿਆਨੀ ਜਾਂ ਜਿਹੜੇ ਵਿਗਿਆਨੀ ਆ ਉਹ ਅੱਜ ਕਰ ਰਹੇ ਆ, ਉਹਦਾ ਗੁਰੂ ਨਾਨਕ ਦੇਵ ਜੀ ਨੂੰ ਉਦੋਂ ਹੀ ਪਤਾ ਸੀਗਾ ਕਿ ਜਿਹੜਾ ਸੰਗੀਤ ਆ, ਸੰਗੀਤ ਸੁਣਨਾ ਤੇ ਗਾਉਣਾ, ਮਤਲਬ ਬਾਬਾ ਨਾਨਕ ਕੱਲੀ ਉਹ ਬਾਣੀ ਲਿਖਦੇ ਨਹੀਂ ਸਨ, ਉਹ ਉਚਾਰਦੇ ਸਨ, ਉਹ ਬਾਣੀ ਦਾ ਗਾਇਨ ਕਰਦੇ ਸਨ। ਤੇ ਮਰਦਾਨਾ ਜਿਹੜਾ ਉਹ ਸੰਗੀਤ ਵਜਾਉਂਦਾ ਸੀਗਾ। ਮਤਲਬ ਕਿ ਇਹ ਜ਼ਿੰਦਗੀ ਦਾ ਧੁਰਾ ਆ ਜਿਹੜਾ ਸੰਗੀਤ ਔਰ ਗੀਤ ਆ ਨਾ, ਇਹ ਜਿੱਥੇ ਅੱਜ ਵਿਗਿਆਨੀ ਖੋਜ ਕਰ ਰਹੇ ਨੇ ਉੱਥੇ ਗੁਰੂ ਨਾਨਕ ਦੇਵ ਜੀ 550 ਸਾਲ ਪਹਿਲਾਂ ਹੀ ਪਹੁੰਚੇ ਹੋਏ ਸਨ। ਸੋ ਮੈਂ ਇਹ ਮਹਿਸੂਸ ਕਰਦਾ ਜੀ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਮਨੁੱਖਤਾ ਲਈ ਕੀਤਾ ਬਹੁਤ ਵੱਡਾ ਆ, ਉਹਦਾ ਮੁੱਲ ਪਾਉਣਾ ਬੜਾ ਮੁਸ਼ਕਿਲ ਆ, ਉਹ ਅਮੁੱਲ ਆ। ਤੇ ਉਹਦੀ ਤਾਰੀਫ ਦੇਖੋ ਕਿ ਉਹ ਲੌਕਿਕ ਵੀ ਆ ਤੇ ਅਲੌਕਿਕ ਵੀ ਆ ਜੀ। ਉਹ ਅਰਸ਼ ਦੀ ਗੱਲ ਵੀ ਕਰਦਾ ਤੇ ਫਰਸ਼ ਦੀ ਗੱਲ ਵੀ ਕਰਦਾ, ਉਹ ਧਰਤੀ ਦੀ ਗੱਲ ਵੀ ਕਰਦਾ ਤੇ ਜਿਹੜੀ ਅਸਮਾਨ ਆ ਉਹਦੀ ਗੱਲ ਵੀ ਉਹ ਕਰਦੇ ਹੈਗੇ ਆ। ਸੋ ਮੈਂ ਮਹਿਸੂਸ ਕਰਦਾ ਗਿੱਲ ਸਾਹਿਬ ਕਿ ਤੁਸੀਂ ਇਹ ਬਹੁਤ ਚੰਗਾ ਕੀਤਾ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਆ ਇਹ ਗੁਰੂ ਨਾਨਕ ਦੇਵ ਜੀ ਨੂੰ ਡੈਡੀਕੇਟ ਕੀਤਾ ਆ। ਔਰ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਲਗਭਗ 70 ਸਾਲ ਦੀ, ਉਹਨਾਂ ਨੇ ਇਸ ਢੰਗ ਨਾਲ ਬਿਤਾਈ ਆ ਕਿ ਇੱਕ ਪਲ ਵੀ ਉਹਨਾਂ ਨੇ ਕਿਤੇ ਵਿਅਰਥ ਨਹੀਂ ਗਵਾਇਆ।
ਉਹਨਾਂ ਨੇ ਮਨੁੱਖ ਮਾਤਰ ਦੇ ਲੇਖੇ ਲਾਇਆ ਹੈਗਾ। ਔਰ ਇਸੇ ਕਰਕੇ ਉਹਨਾਂ ਦਾ ਜਿਹੜਾ ਰਚਨਾ ਸੰਸਾਰ ਆ, ਜਿਹੜਾ ਉਹਨਾਂ ਦਾ ਉਪਦੇਸ਼ ਆ, ਜਿਹੜੀ ਉਹਨਾਂ ਦੀ ਸਿਆਸਤ ਆ, ਜਿਹੜੀ ਵਿਚਾਰਧਾਰਾ ਆ, ਉਹ ਸਮਝ ਕੇ ਬਹੁਤ ਸਾਰੇ ਮਸਲੇ ਜਿਹੜੇ ਨੇ ਉਹ ਹੱਲ ਹੋ ਸਕਦੇ ਆ। ਔਰ ਅਸੀਂ ਇੱਛਾ ਕਰਦੇ ਹਾਂ ਕਿ ਵਿਦਵਾਨ ਜਿਹੜੇ ਆ ਉਹ ਠੀਕ ਤਰੀਕੇ ਨਾਲ ਅਧਿਐਨ ਕਰਨ ਤੇ ਉਹਨਾਂ ਦਾ ਅਧਿਐਨ ਕਰਕੇ ਉਹਨਾਂ ਦੀਆਂ ਰਚਨਾਵਾਂ ਦਾ, ਉਹਨਾਂ ਦੀ ਫਿਲਾਸਫੀ ਦਾ, ਤੇ ਇਹ ਜਿਹੜਾ ਤਪਦਾ ਸੰਸਾਰ ਆ, ਇਹਦੇ ਉੱਤੇ ਠੰਡੇ ਦੁੱਧ ਦੇ ਛਿੱਟੇ ਜਿਹੜੇ ਆ ਉਹ ਇਸ ਫਿਲਾਸਫੀ ਰੂਪੀ ਛਿੱਟੇ ਜਿਹੜੇ ਆ ਉਹ ਮਾਰ ਕੇ ਤੇ ਠੰਡਕ ਇਸ ਗਲੋਬ ਨੂੰ, ਇਸ ਧਰਤੀ ਨੂੰ, ਇਸ ਸੰਸਾਰ ਨੂੰ ਪਹੁੰਚਾਈ ਜਾ ਸਕਦੀ ਹੈ। ਕਿ ਸਭ ਗੁਰੂ ਨਾਨਕ ਪਾਤਸ਼ਾਹ ਬਾਰੇ ਭਾਵੇਂ ਜਿੰਨਾ ਸਮਾਂ ਮਰਜ਼ੀ ਆਪਾਂ ਗੱਲਾਂ ਕਰਦੇ ਰਹੀਏ, ਉਹ ਖਤਮ ਨਹੀਂ ਹੋ ਸਕਦੀਆਂ, ਕਿਉਂਕਿ ਉਹਨਾਂ ਦੇ ਜੀਵਨ ਦੇ ਸੰਦੇਸ਼ ਇੰਨੇ ਮਹੱਤਵਪੂਰਨ ਨੇ, ਇੰਨਾ ਕੁਝ ਸਾਨੂੰ ਦਿੱਤਾ ਗਿਆ ਕਿ ਅਸੀਂ ਲੰਬਾ ਸਮਾਂ ਉੱਤੇ ਗੱਲ ਕਰ ਸਕਦੇ ਹਾਂ, ਪਰ ਸਮੇਂ ਦੀ ਆਪਣੀ ਸੀਮਾ ਹੈ ਸਭ, ਤੇ ਬਹੁਤ ਸਾਰੀਆਂ ਚੀਜ਼ਾਂ ਰਹਿ ਗਈਆਂ ਨੇ ਜਿਹੜੀਆਂ ਆਪਾਂ ਕਦੀ ਫੇਰ ਕਰ ਲਾਂਗੇ, ਕਿਸੇ ਹੋਰ ਵਿਦਵਾਨ ਨਾਲ ਵੀ ਕਰਾਂਗੇ, ਜਿਹੜੇ ਉਹਨਾਂ ਦੇ ਜਨਮ ਬਾਰੇ ਭੁਲੇਖੇ ਨੇ, ਨਾਨਕਸ਼ਾਹੀ ਕੈਲੰਡਰ 'ਚ ਵਿਸਾਖ ਕਿਹਾ ਜਾਂਦਾ ਆ, ਕੋਈ ਕਿੱਦਾਂ ਕਿਹਾ ਜਾਂਦਾ ਆ, ਕੁਝ ਹੋਰ ਚੀਜ਼ਾਂ ਨੇ ਜਿਹੜਾ ਭਰਮ ਖੜੇ ਕਰਦੀਆਂ ਨੇ। ਪਰ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਆ, ਜਿੱਦਾਂ ਸਾਡੇ ਸਕਾਲਰ ਸਿੱਖ ਕਹਿੰਦੇ ਨੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਮੰਨ ਕੇ ਚੱਲੋ, ਸੈਕੰਡਰੀ ਸਾਹਿਤ ਨੂੰ ਜਦੋਂ ਅਸੀਂ ਫਾਲੋ ਕਰਦੇ ਹਾਂ ਤੇ ਕਿਤੇ ਨਾ ਕਿਤੇ ਗਲਤੀ ਹੁੰਦੀ ਆ। ਸੋ ਆਪਾਂ ਨੂੰ ਜਿਹੜਾ ਬੇਸਿਕ ਸਿੱਖੀ ਦਾ ਫਲਸਫਾ ਆ, ਜਿਹੜਾ ਪੰਜਵੀਂ ਪਾਤਸ਼ਾਹੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮੋ ਕੇ ਸਾਨੂੰ ਦੇ ਦਿੱਤਾ, ਉਹਦੇ ਉੱਤੇ ਹੀ ਸਾਰਾ ਨਿਰਭਰ ਕਰੀਏ ਤੇ ਅਸੀਂ ਬਿਹਤਰ ਸਿੱਖ ਫਿਲਾਸਫੀ ਨੂੰ ਸਮਝ ਸਕਦੇ ਹਾਂ, ਅਪਣਾ ਸਕਦੇ ਹਾਂ ਤੇ ਉਹਦੇ ਉੱਤੇ ਚੱਲਣ ਦਾ ਯਤਨ ਕਰ ਸਕਦੇ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦ ਬਸ ਸਾਹਿਬ, ਬਹੁਤ ਮਿਹਰਬਾਨੀ।